ਗੈਟ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਸ਼ਹਿਰੀ ਦੱਤਾ ਦੀ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ। ਵੈਲਕਮ ਟੂ ਸਾਂਝ ਦਿਲਾਂ ਦੀ। ਕੀ ਹਾਲ ਹੈ ਜੀ? ਸਾਰੇ ਠੀਕ ਠਾਕ ਹੋ? ਬਹੁਤ ਠੰਡ ਹੈ ਨਿਊਯਾਰਕ ਦੇ ਵਿੱਚ, ਤਾਂ ਪੁੱਛੋ ਨਾ। ਹੱਥ ਮਤਲਬ ਜੇ ਮਾੜੇ ਜੇ ਤੁਸੀਂ ਐਵੇਂ ਬਾਹਰ ਕੱਢ ਲਿੱਤਾ ਨਾ, ਤੇ ਤੁਹਾਨੂੰ ਐਵੇਂ ਲੱਗੇਗਾ ਕਿ ਤੁਸੀਂ ਬਸ ਬਰਫ਼ ਜੰਮ ਗਈ ਹੈ, ਤੇ ਉਹ ਬਰਫ਼ ਵਾਲਾ ਹੱਥ ਜਿਹੜਾ ਤੁਸੀਂ ਫਿਰ ਆਪਣੀ ਜੇਬ ਦੇ ਵਿੱਚ ਰੱਖੋਗੇ ਜਾਂ ਆਪਣੀ ਦਸਤਾਨੇ ਨਹੀਂ ਪਾਏ ਹੈਗੇ। ਤੇ ਇਸ ਕਰਕੇ ਪਲੀਜ਼, ਜੇ ਤੁਸੀਂ ਕਿਤੇ ਵੀ ਟਰੈਵਲ ਕਰ ਰਹੇ ਹੈਗੇ ਹੋ, ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਪੂਰੀ ਤਰੀਕੇ ਨਾਲ ਕੱਜ ਕੇ, ਨਿੱਘਾ ਰੱਖ ਕੇ, ਦਸਤਾਨੇ ਪਾ ਕੇ, ਮਫਲਰ ਪਾ ਕੇ, ਮੌਂਕੀ ਕੈਪ ਪਾ ਕੇ ਫਿਰ ਤੁਸੀਂ ਬਾਹਰ ਨਿਕਲੋ। ਕੋਈ ਗੱਲ ਨਹੀਂ, ਫੈਸ਼ਨ ਕੁਛ ਨਹੀਂ ਹੁੰਦਾ, ਪਰ ਠੰਡ ਤੋਂ ਆਪਣਾ ਬਚਾਅ ਰੱਖੋ, ਕਿਉਂਕਿ ਥੋੜੀ ਥੋੜੀ ਠੰਡ ਤੋਂ ਸ਼ੁਰੂਆਤ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਪੂਰੀ ਜ਼ਿੰਦਗੀ ਦੇ ਲਈ, ਖਾਸ ਤੌਰ 'ਤੇ ਉਹ ਲੇਡੀਜ਼ ਜਿਨ੍ਹਾਂ ਦੇ ਛੋਟੇ ਬੱਚੇ ਆ ਜਾਂ ਜਿਨ੍ਹਾਂ ਨੇ ਹੁਣੇ ਬੱਚਿਆਂ ਨੂੰ ਜਨਮ ਦਿੱਤਾ ਹੈ, ਉਹਨਾਂ ਦਾ ਸਰੀਰ ਬਹੁਤ ਕੱਚਾ ਹੁੰਦਾ ਹੈ ਔਰ ਇਹਨਾਂ ਮੁਲਕਾਂ ਦੇ ਵਿੱਚ ਉਨੀ ਕੇਅਰ ਨਹੀਂ ਹੈਗੀ ਹੈ, ਕਿਉਂਕਿ ਬਜ਼ੁਰਗ ਨਹੀਂ ਹੁੰਦੇ ਸਾਡੇ ਨਾਲ। ਬਜ਼ੁਰਗਾਂ ਦੀ ਗੱਲਾਂ ਸੁਣ ਕੇ ਵੀ ਰਾਜੀ ਨਹੀਂ ਹੈਗੇ ਆ, ਧਿਆਨ ਵੀ ਨਹੀਂ ਕਰਦੇ ਆ, ਨਾਲੇ ਇਕੱਲੇ ਰਹਿ ਕੇ ਇੰਨੀ ਆਦਤ ਪਈ ਹੋਈ ਹੈ ਕਿ ਅਸੀਂ ਕਹਿੰਦੇ ਹਾਂ ਜੋ ਅਸੀਂ ਕਰ ਰਹੇ ਹਾਂ ਸਭ ਤੋਂ ਵਧੀਆ ਹੈਗਾ, ਸਭ ਤੋਂ ਠੀਕ ਹੈ। ਸਾਨੂੰ ਕਿਸੇ ਦੀ ਗੱਲ ਸੁਣਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਦਿਲਚਸਪੀ ਨਹੀਂ ਹੁੰਦੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਖਿਆਲ ਵਿੱਚ ਰੱਖਦੇ ਹੋਏ ਮੈਂ ਤਾਂ ਇਹੀ ਕਹਿ ਸਕਦੀ ਹਾਂ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਤੁਸੀਂ ਆਪਣਾ ਖਿਆਲ ਰੱਖੋ, ਠੰਡ ਤੋਂ ਬਚ ਕੇ ਰਹੋ। ਲਓ ਜੀ, ਹਾਜ਼ਰ ਹਾਂ। ਦਿਨ ਮੰਗਲਵਾਰ ਸਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਮੌਕਾ ਦਿੰਦਾ ਹੈ ਕਿ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ, ਆਪਣੀ ਰਜ਼ਾਮੰਦੀ ਹੈ ਜਾਂ ਨਹੀਂ ਹੈਗੀ ਹੈ, ਜਾਂ ਤੁਸੀਂ ਉਸ ਬਾਰੇ ਕੀ ਸੋਚਦੇ ਹੋ, ਅਸੀਂ ਕੁਝ ਵਿਸ਼ੇ ਜਿਨ੍ਹਾਂ 'ਤੇ ਟੌਪਿਕਸ 'ਤੇ ਅਸੀਂ ਗੱਲ ਕਰਦੇ ਹਾਂ, ਅਤੇ ਤੁਸੀਂ ਫੋਨ ਕਰਦੇ ਹੋ ਔਰ ਦੱਸਦੇ ਹੋ ਕਿ ਤੁਸੀਂ ਇਸ ਬਾਰੇ ਵਿੱਚ ਕੀ ਸੋਚਦੇ ਹੋ। ਸੋ ਪਿਆਰੇ ਦਰਸ਼ਕੋ, ਮੈਂ ਸੋਚਦੀ ਹਾਂ ਕਿ ਪੈਸਾ, ਪੋਜੀਸ਼ਨ, ਪਾਵਰ, ਇਹ ਤਿੰਨ ਚੀਜ਼ਾਂ ਜੋ ਹੈਗੀਆਂ ਨੇ ਉਹ ਕਿਸੇ ਵੀ ਇਨਸਾਨ ਨੂੰ ਕੱਖ ਤੋਂ ਲੱਖ ਬਣਾ ਦਿੰਦੀਆਂ ਨੇ। ਪੈਸਾ ਹੈਗਾ ਤਾਂ ਵੀ, ਪੋਜੀਸ਼ਨ ਹੈਗੀ ਹੈ ਤਾਂ ਵੀ, ਪਾਵਰ ਹੈਗੀ ਹੈ ਤਾਂ ਵੀ। ਉਹ ਹੁਣ ਪੁਸ਼ਤੈਨੀ ਵੀ ਹੋ ਸਕਦੀ ਹੈ, ਪੈਸਾ ਦਾਦੇ ਪੜਦਾਦਿਆਂ ਦਾ ਆ ਰਿਹਾ ਹੈਗਾ, ਜ਼ਮੀਨਾਂ ਹੈਗੀਆਂ, ਉਹ ਕੁਝ ਨਹੀਂ ਹੋਏਗਾ ਜੀ, ਵੇਚ ਦਿਆਂਗੇ ਜ਼ਮੀਨ, ਕੀ ਫ਼ਰਕ ਪਏਗਾ। ਪੈਸੇ ਤੋਂ ਬਾਅਦ ਗੱਲ ਆਉਂਦੀ ਹੈ ਪੋਜੀਸ਼ਨ ਦੀ। ਤੁਹਾਡੀ ਬੜੀ ਹਾਈ ਪੋਜੀਸ਼ਨ ਹੈਗੀ ਹੈ, ਬੜੇ ਵੱਡੇ ਅਫਸਰ ਹੈਗੇ ਹੋ ਤੁਸੀਂ, ਅਤੇ ਲੋਕੀ ਵਿਚਾਰੇ ਵੈਸੇ ਡਰਦੇ ਹੈਗੇ ਆ। ਫਿਰ ਪਾਵਰ ਹੈਗੀ ਹੈ ਜੀ, ਪਾਵਰ ਕੋਈ ਪਿਓ ਦੀ ਪਾਵਰ ਹੈਗੀ ਹੈ, ਮਾਂ ਦੀ ਪਾਵਰ ਹੈਗੀ ਹੈ, ਕੋਈ ਇਸ ਤਰੀਕੇ ਦੀ ਤੁਹਾਡੀ ਰੈਪੂਟੇਸ਼ਨ ਬਣੀ ਹੋਈ ਕਿ ਲੋਕੀ ਉਸ ਦੇ ਨਾਲ ਵੀ ਡਰਦੇ ਨੇ। ਤਿੰਨੋਂ ਚੀਜ਼ਾਂ ਕੁੱਲ ਮਿਲਾ ਕੇ ਜਿਸ ਦੇ ਆਲੇ ਦੁਆਲੇ ਘੁੰਮਦੀਆਂ ਨੇ, ਉਹ ਹੈ ਪੈਸਾ। ਪੈਸਾ ਪੋਜੀਸ਼ਨ ਵੀ ਦੇ ਦਿੰਦਾ ਹੈ ਅਤੇ ਪੈਸਾ ਪਾਵਰ ਵੀ ਦੇ ਦਿੰਦਾ ਹੈ। ਪਰ ਪੈਸੇ ਦੇ ਨਾਲ ਅੱਜ ਕੱਲ੍ਹ ਦਾ ਜੋ ਜ਼ਮਾਨਾ ਹੈਗਾ, ਬੜੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਦੇ ਟਾਈਮ 'ਤੇ ਪੈਸਾ ਜੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਜੁੜਿਆ ਹੋਇਆ ਹੈ, ਤੇ ਪੈਸੇ ਦੇ ਨਾਲ ਰਿਸ਼ਤੇ ਵੀ ਬੜੀ ਜਲਦੀ ਟੁੱਟ ਜਾਂਦੇ ਆ। ਪੈਸੇ ਦੇਣੇ ਸੌਖੇ ਪਰ ਮੰਗਣੇ ਔਖੇ, ਤੇ ਕਰੀਏ ਕੀ ਇਤਬਾਰ ਕਰਨਾ ਛੱਡ ਦਈਏ, ਕਿ ਰਿਸ਼ਤੇਦਾਰੀ ਨਿਭਾਣੀ ਛੱਡ ਦਈਏ, ਕਿ ਸੋਚ ਕੇ ਕਿ ਨੇਕੀ ਕਰ ਦਰਿਆ ਮੇਂ ਡਾਲ, ਦੇਤੇ ਜੀ ਸਾਡੇ ਕੋਲ ਵਾਧੂ ਸੀਗੇ, ਪਰ ਵਾਧੂ ਹੁੰਦੇ ਕਿਸ ਦੇ ਕੋਲ ਹੈ, ਔਰ ਜਿਨ੍ਹਾਂ ਕੋਲ ਹੁੰਦੇ ਆ ਜੀ ਉਹ ਤਾਂ ਕਿਸੇ ਦੀ ਕੋਈ ਮਦਦ ਕਰਕੇ ਰਾਜੀ ਨਹੀਂ ਹੈਗੇ ਆ। ਸੋ ਪੈਸੇ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ, ਪੈਸੇ ਦੇ ਨਾਲ ਰਿਸ਼ਤੇ ਜੁੜੇ ਹੋਏ ਨੇ। ਬੱਚੇ ਵੇਖੋ, ਬੱਚਿਆਂ ਨੂੰ ਤੁਸੀਂ ਉਹਨਾਂ ਦੀ ਮਰਜ਼ੀ ਦੀ ਚੀਜ਼ ਦੇ ਦਿੱਤੀ, ਪੈਸੇ ਦੇ ਦਿੱਤੇ, ਬੱਚੇ ਬੜੇ ਖੁਸ਼ ਨੇ। ਪਰ ਬੱਚਿਆਂ ਨੂੰ ਜੇ ਤੁਸੀਂ ਥੋੜ੍ਹਾ ਜਿਹਾ ਕਹਿ ਦਿੱਤਾ, ਹੱਥ ਖਿੱਚ ਲਿੱਤਾ, ਬੱਚੇ ਨਾਰਾਜ਼ ਹੋ ਗਏ। ਖਾਸ ਤੌਰ 'ਤੇ ਜਵਾਨ ਬੱਚੇ ਨੇ, ਉਹ ਤੇ ਜੀ ਤੁਹਾਨੂੰ ਮੁੜ ਕੇ ਵੇਖਣਗੇ ਨਹੀਂ, ਬੁਲਾਉਣਗੇ ਨਹੀਂ, ਕਿੰਨੇ ਦਿਨ ਉਹਨਾਂ ਦਾ ਮੂੰਹ ਨੱਕ ਬਣਿਆ ਰਹੇਗਾ, ਅਤੇ ਤੁਸੀਂ ਕਹੋਗੇ ਹਾਏ ਲੈ ਦੱਸ, ਬੱਚਿਆਂ ਨੂੰ, ਨਿਆਣਿਆਂ ਨੂੰ ਅੱਜ ਕੱਲ੍ਹ ਕੁਝ ਕਹਿ ਹੀ ਨਹੀਂ ਸਕਦੇ, ਮਤਲਬ ਸਾਰੀਆਂ ਡਿਮਾਂਡਸ ਪੂਰੀ ਕਰ ਦਿਓ। ਚਲੋ ਜੀ, ਬੱਚਿਆਂ ਤੋਂ ਬਾਅਦ ਜੇ ਕੋਈ ਤੁਹਾਡਾ ਆਂਢੀ ਗੁਆਂਢੀ, ਰਿਸ਼ਤੇਦਾਰ, ਚਾਚਾ ਤਾਈ, ਕੋਈ ਕਿਸੇ ਦਾ ਕੋਈ ਆਪਣਾ ਹੈਗਾ, ਉਹ ਤੁਹਾਡੇ ਤੋਂ ਜੀ ਉਹਨੇ ਪੈਸੇ ਮੰਗ ਲਿੱਤੇ। ਇੱਕ ਤਾਂ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਪੈਸੇ ਮੰਗ ਲਿੱਤੇ। ਜ਼ਿੰਦਗੀ ਦੇ ਵਿੱਚ ਇਹ ਗੱਲ ਅਸੀਂ ਸ਼ੁਰੂ ਤੋਂ ਸਿੱਖੀ ਹੈ ਕਿ ਜੋ ਬੱਚਤ ਹੈ, ਜੇ ਤੁਸੀਂ 3 ਹਿੱਸੇ ਤੁਹਾਡੀ ਕਮਾਈ ਹੈਗੀ ਹੈ, ਤੇ 1 ਹਿੱਸਾ ਤੁਸੀਂ ਜੋੜਨਾ ਜ਼ਰੂਰ ਹੈ। ਵੈਸੇ ਤਾਂ 2 ਜੋੜ ਲਓ, ਪਰ ਉਹ ਕੋਈ ਕਰਦਾ ਨਹੀਂ ਹੈ। ਕਮਾਇਆ ਤੇ ਖਾਇਆ, ਖਤਮ ਪੈਸਾ, ਕੋਈ ਮਤਲਬ ਨਹੀਂ ਹੈ। ਕੋਈ ਹੈਗੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਹੈ ਕਿ ਅਸੀਂ ਬੱਚਤ ਕਰਨੀ ਹੈ। ਭਾਈ, ਜਿਨ੍ਹਾਂ ਨੇ ਬੱਚਤ ਕੀਤੀ ਉਹਨਾਂ ਦੇ ਲਈ ਉਹਨਾਂ ਦੇ ਘਰ ਵੀ ਔਖੇ ਸੌਖੇ ਬਣ ਜਾਂਦੇ ਆ, ਬਿਜ਼ਨਸ ਦੇ ਵੀ ਕਰਜ਼ੇ ਉਤਰ ਜਾਂਦੇ ਆ, ਉਹ ਯਾਰਾਂ ਦੋਸਤਾਂ ਦੀ ਵੀ ਕਿਤੇ ਨਾ ਕਿਤੇ ਮਦਦ ਕਰ ਦਿੰਦੇ ਆ। ਹੁਣ ਕਈ ਜਿਹੜੇ ਆ ਉਹ ਸਾਰੀ ਉਮਰ ਵਿਚਾਰੇ ਸੈਟਲ ਨਹੀਂ ਹੁੰਦੇ, ਉਹਨਾਂ ਨੂੰ ਕਿਸੇ ਨਾ ਕਿਸੇ ਤੋਂ ਪੈਸੇ ਮੰਗਣੇ ਪੈ ਜਾਂਦੇ ਆ। ਦੋਨੋਂ ਪੱਖ ਹੈਗੇ ਆ, ਇੱਕ ਸਿੱਕੇ ਦੇ ਜਿਵੇਂ 2 ਪਹਿਲੂ ਹੁੰਦੇ ਆ ਨਾ, ਦੋਨੋਂ ਪੱਖ ਹੈਗੇ ਆ ਕਿ ਜ਼ਰੂਰਤ ਵੇਲੇ ਪੈਸਾ ਮੰਗਣਾ ਪੈ ਜਾਂਦਾ ਹੈ ਜੀ। ਇੱਕੋ ਦਮ ਕੋਈ ਦੁੱਖ ਤਕਲੀਫ ਬਿਮਾਰੀ ਆ ਗਈ, ਤੁਹਾਨੂੰ ਮੰਗਣਾ ਪਏਗਾ, ਤੁਹਾਡੇ ਕੋਲ ਹੈ ਨਹੀਂ। ਤੇ ਉਸ ਸਥਿਤੀ ਦੇ ਵਿੱਚ, ਉਸ ਟਾਈਮ ਦੇ ਵਿੱਚ, ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ ਜੀ?
ਪੈਸੇ ਮੰਗੋਗੇ, ਸ਼ਰਮਿੰਦਾ ਹੋ ਕੇ ਵੀ ਮੰਗਣੇ ਪੈਣਗੇ। ਪਰ ਜੇ ਤੁਸੀਂ ਜਾਇਜ਼ ਤਰੀਕੇ ਦੇ ਨਾਲ ਮੰਗ ਰਹੇ ਹੋ ਤਾਂ ਤੁਹਾਡੀ ਨੀਅਤ ਹੈਗੀ ਕਿ ਤੁਸੀਂ ਮੋੜ ਦਿਓਗੇ ਪੈਸੇ, ਜਿਵੇਂ ਜਿਵੇਂ ਤੁਹਾਡੇ ਕੋਲ ਆਣਗੇ, ਭਾਵੇਂ ਤੁਸੀਂ ਕਿਸ਼ਤਾਂ ਬੰਨ ਲਓਗੇ, ਭਾਵੇਂ ਇਕੱਠੇ ਆਏ ਤੁਸੀਂ ਮੋੜ ਦਿੱਤੇ। ਪਰ ਕਈ ਵਾਰੀ ਕੀ ਜ਼ਿਆਦਾਤਰ ਮੈਂ ਕਈ ਜਿਹੜੇ ਆਪਣੇ ਹੈਗੇ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਪੁੱਛਿਆ ਕਿ ਭਾਈ ਅੱਜ ਕੱਲ੍ਹ ਪੈਸੇ ਦੇਣੇ ਸੌਖੇ ਹੈ, ਦੇਣੇ ਵੀ ਸੌਖੇ ਨਹੀਂ ਹੈ ਵੈਸੇ, ਤੇ ਮੰਗਣੇ ਬੜੇ ਔਖੇ ਹੈ। ਬੜਾ ਡਰਦੇ ਹੈਗੇ ਆ ਜੀ ਅਸੀਂ ਦੇ ਕੇ ਪੈਸਾ, ਬੜਾ ਡਰਦੇ ਆ, ਹਾਈ ਮੰਗ ਲਈਏ। ਅੱਜ ਥੋੜਾ ਜਿਹਾ ਮੂਡ ਵੇਖ ਲਓ ਹੈ ਭਾਜੀ ਦਾ, ਦੇਖੋ ਜਰਾ ਠੀਕ ਗੱਲ ਕਰ ਰਹੇ ਹੈਗੇ ਆ, ਅੱਛਾ ਠੀਕ ਨੇ ਹੈ ਭਾਜੀ, ਮਾੜੀ ਜੀ ਗੱਲ ਤੁਹਾਨੂੰ ਕਹਿਣੀ ਸੀਗੀ ਕਿ ਪੈਸੇ, ਓਹੋ ਉਹ ਤੇ ਸੋਚ ਵਿੱਚ ਪੈ ਗਏ ਤੁਸੀਂ ਕਿ ਕੀ ਕਰੀਏ। ਉਹ ਜਿਹੜਾ ਤੁਹਾਡਾ ਇੰਨਾ ਪਿਆਰਾ ਰਿਸ਼ਤਾ ਬਣਿਆ ਹੋਇਆ ਸੀ ਜੀ, ਉਹ ਤੇ ਰਿਸ਼ਤਾ ਇੱਕ ਉਧਰ ਜਾ ਰਿਹਾ, ਇੱਕ ਉਧਰ ਜਾ ਰਿਹਾ, ਤੇ ਗੱਲ ਹੀ ਤੁਹਾਡੀ ਖਤਮ ਹੋ ਗਈ। ਕੀ ਕਰੀਏ ਫਿਰ ਹੁਣ? ਬਈ ਤੁਸੀਂ ਸਲਾਹ ਦੇ ਸਕਦੇ ਹੋ ਕੀ ਕਰਨਾ ਚਾਹੀਦਾ ਹੈ। ਕਿਉਂਕਿ ਮੈਨੂੰ ਈਮੇਲ ਆਈ ਸੀਗੀ, ਸਾਡੇ ਇੱਕ ਭਾਈ ਸਾਹਿਬ ਨੇ ਕਿਹਾ ਕਿ ਸ਼ਹਿਰੀ ਰਿਸ਼ਤੇ ਤੇ ਖਰਾਬ ਹੁੰਦੇ ਹੀ ਨੇ, ਪਰ ਕੀ ਕਰੀਏ, ਮਤਲਬ ਦੇਣੇ ਬੰਦ ਕਰ ਦਈਏ ਪੈਸੇ, ਜਾਂ ਬਹੁਤ ਜ਼ਿਆਦਾ ਹੈਗੇ ਨੇ ਤੇ ਸੋਚੀਏ ਕਿ ਚਲੋ ਕੋਈ ਗੱਲ ਨਹੀਂ, ਦੇਤੇ ਤੇ ਨਾ ਵੀ ਮੋੜੇਗਾ ਤੇ ਕੋਈ ਗੱਲ ਨਹੀਂ। ਸੋ ਤੁਸੀਂ ਸਾਰੇ ਸਲਾਹ ਦਿਓ, ਔਰ ਇਹ ਵੀ ਦੱਸੋ ਕਿ ਵਾਕਈ ਇਹ ਗੱਲ ਸਹੀ ਹੈਗੀ ਹੈ ਕਿ ਪੈਸੇ ਦੇ ਦਿੱਤੇ, ਕਿ ਤੁਹਾਡੇ ਨਾਲ ਕਦੀ ਕੋਈ ਇਹੋ ਜਿਹੀ ਕੋਈ ਘਟਨਾ, ਕੋਈ ਹਾਦਸਾ, ਕੋਈ ਤੁਹਾਨੂੰ ਯਾਦ ਹੋਵੇ ਰਿਸ਼ਤੇਦਾਰੀ ਦੇ ਵਿੱਚ, ਫਿਰ ਤੁਸੀਂ ਕੀਤਾ ਕੀ ਕਿ ਤੁਸੀਂ ਹੁਣ ਵੀ ਉਹਨਾਂ ਦੇ ਨਾਲ ਉਹ ਰਿਸ਼ਤਾ ਨਿਭਾ ਰਹੇ ਹੋ, ਕਿ ਤੁਸੀਂ ਉਹਨਾਂ ਨੂੰ ਉਸ ਨਜ਼ਰ ਦੇ ਨਾਲ ਵੇਖਦੇ ਹੋ, ਕਿ ਤੁਸੀਂ ਉਹਨਾਂ ਦੀ ਉਨੀ ਕੁ ਇੱਜ਼ਤ ਕਰਦੇ ਹੋ, ਕਿ ਤੁਹਾਡੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਫਰਕ ਆ ਗਿਆ, ਕਿ ਤੁਸੀਂ ਕਦੀ ਉਹਨਾਂ ਨੂੰ ਕਹਿ ਸਕੇ ਹੋ ਕਿ ਭਾਈ ਮੇਰੇ ਮਨ 'ਚ ਫਰਕ ਆ ਗਿਆ, ਤੂੰ ਫਲਾਂ ਦਿਨ ਮੇਰੇ ਪੈਸੇ ਲਿੱਤੇ ਸੀਗੇ, ਹੁਣ ਤੂੰ ਮੈਨੂੰ ਟਾਈਮ ਸਿਰ ਮੋੜੇ ਨਹੀਂ ਹੈਗੇ ਤੇ ਮੇਰੇ ਦਿਲ 'ਚ ਫਰਕ ਹੈ। ਅਸੀਂ ਇਹ ਵੀ ਨਹੀਂ ਕਹਿ ਸਕਦੇ। ਸੋ ਕੁਝ ਗੱਲਾਂ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਮਿਲ ਕੇ ਕਰਦੇ ਹਾਂ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ, ਔਰ ਅੱਗੇ ਦੇ ਵਾਸਤੇ ਜਦੋਂ ਸਾਰਿਆਂ ਦੀ ਰਲੀਆਂ ਮਿਲੀਆਂ ਸਲਾਹਾਂ ਹੋ ਜਾਂਦੀਆਂ ਨੇ ਤੇ ਫਿਰ ਥੋੜਾ ਜਿਹਾ ਬੰਦਾ ਸੁਚੇਤ ਹੋ ਜਾਂਦਾ, ਫਿਰ ਲੱਗਦਾ ਕਿ ਹਾਂ ਉਹ ਗੱਲ ਹੋਈ ਸੀ, ਬਜ਼ੁਰਗਾਂ ਨੇ, ਵੱਡਿਆਂ ਨੇ, ਤਜਰਬੇਕਾਰਾਂ ਨੇ ਸਾਨੂੰ ਸਮਝਾਇਆ ਸੀਗਾ, ਤੇ ਇਸ ਗੱਲ ਨੂੰ ਥੋੜਾ ਜਿਹਾ ਇੱਕ ਵਾਰੀ ਖਿਆਲ ਕਰੀਏ। ਲਓ ਜੀ, ਇਸ ਦੇ ਨਾਲ ਹੀ ਦੇਖਦੇ ਹਾਂ ਸਾਡੇ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਗੱਲਾਂ ਕਾਫੀ ਹੋ ਗਈਆਂ, ਆਈਡੀਆ ਮੈਂ ਤੁਹਾਨੂੰ ਦੇ ਦਿੱਤਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬੇਟਾ ਜੀ, ਆਪ ਜੀ ਨੂੰ ਬੜੇ ਪਿਆਰ ਸੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁਰਸ਼ੋਤਮ ਅੰਕਲ, ਕੀ ਹਾਲ ਹੈ? ਬਹੁਤ ਚੰਗਾ ਹੈ ਜੀ। ਆਪ ਜੀ ਦਾ ਟੌਪਿਕ ਵੀ ਬੜਾ ਸੋਹਣਾ ਹੈ ਵੀ ਮਾਇਆ ਦੇਣੀ ਤਾਂ ਸੌਖੀ ਏ ਤੇ ਪਿੱਛੇ ਲੈਣੀ ਬਹੁਤ ਔਖੀ। ਬਿਲਕੁਲ ਅੰਕਲ, ਹੈ ਨਾ, ਮੇਰੇ ਪਤਾ ਨਹੀਂ ਕਿਉਂ ਵੀ ਜ਼ਿਆਦਾ ਔਖੀ ਹੈ, ਬਲਕਿ ਅਜੇ ਤੁਸੀਂ ਕਮਾ ਲੋਗੇ, ਬਣਾ ਲੋਗੇ, ਤੁਹਾਨੂੰ ਕੌਨਫੀਡੈਂਸ ਹੈ ਵੀ ਮੈਂ ਬਣਾ ਰਿਹਾ। ਹਾਂਜੀ ਬਿਲਕੁਲ ਠੀਕ। ਪਰ ਜਦੋਂ ਤੁਸੀਂ ਦੇ ਕੇ ਮੰਗਣਾ ਹੈ ਨਾ, ਉਦੋਂ ਕਈ ਤਾਂ ਅਜਿਹੀਆਂ ਜਗ੍ਹਾ ਨੇ ਜਿਹੜੀਆਂ ਤੁਹਾਡਾ ਰਸੇਵੇਂ ਦਾ ਕਾਰਨ ਬਣ ਜਾਂਦੀਆਂ ਨੇ, ਜਿਹੜਾ ਤੁਹਾਡੇ ਏਡੇ ਪਿਆਰ ਦੇ ਵਿੱਚ ਉਹ ਬੜਾ ਲੰਮਾ ਫਿੱਕ ਪਾ ਦਿੰਦੀਆਂ ਨੇ ਕਿ ਤੁਸੀਂ ਬੋਲਣੋਂ ਵੀ ਗਏ। ਉਹਦਾ ਕਾਰਨ ਕੀ ਬਣਿਆ ਵੀ ਸਿਰਫ ਤੁਸੀਂ ਪੈਸੇ ਦਿੱਤੇ ਸੀ ਤੇ ਆਪਦੇ ਮੰਗ ਲਏ। ਬਿਲਕੁਲ। ਤੇ ਮੈਂ ਆਪ ਜੀ ਨੂੰ ਥੋੜਾ ਜਿਹਾ ਕਿਸੇ ਖਾਨ ਰਾਹੀਂ ਸਮਝਾਉਣਾ, ਕੋਈ ਵੱਡਾ ਸ਼ਾਹੂਕਾਰ ਸੀ ਜੀ, ਮੇਰੇ ਵਰਗੇ 2-4 ਉਹਦੇ ਕੋਲੋਂ ਪੈਸੇ ਮੰਗਣ ਲਈ ਬੈਠੇ ਸੀ, ਤਾਂ ਉਹਨਾਂ ਕਿਹਾ ਵੀ ਸੇਠ ਜੀ ਆ ਭਾਈ ਕਿਵੇਂ ਆਇਆ, ਜਿਵੇਂ ਗਏ ਨੂੰ ਅਗਲਾ ਪੁੱਛਦਾ ਹੀ ਏ ਵੀ, ਤੋਂ ਆਂਦਾ ਜੀ ਵੀ ਥੋੜੀ ਜਿਹੀ ਮਾਇਆ ਦੀ ਲੋੜ ਸੀ। ਅੱਛਾ। ਤੇ ਅੱਗੋਂ ਸੇਠ ਨੇ ਸਵਾਲ ਕੀਤਾ ਵੀ ਜਿਸ ਤਰ੍ਹਾਂ ਤੂੰ ਮੈਥੋਂ ਲੈ ਕੇ ਚੱਲਿਆ ਇਹਨਾਂ ਹੱਥਾਂ ਨਾਲ ਮੈਨੂੰ ਤੂੰ ਮੋੜੇਗਾ? ਉਹਨਾਂ ਕਿਹਾ ਜੀ ਬਿਲਕੁਲ, ਆ ਫਸਲ ਆਇਆ ਮੋੜ ਦਿਆਂਗਾ। ਉਹਨੇ ਕਹਿੰਦਾ ਮੇਰੇ ਕੋਲ ਕੋਈ ਨਹੀਂ, ਜਾਓ। ਹਾਂਜੀ। ਉਦੋਂ ਅਗਲੇ ਨੇ ਇਹ ਕੁਐਸਚਨ ਕੀਤਾ, ਹਾਂ ਭਾਈ ਸੇਠ ਜੀ ਤੂੰ ਕਿਵੇਂ ਆਇਆ? ਤੇ ਭਾਈ ਮਿਲਣਾ, ਹੋਰ ਕੀ ਹਾਲ ਹੈ ਪਰਿਵਾਰ ਦਾ? 2 ਗੱਲਾਂ ਕਰਕੇ ਉਹਨੇ ਆਖਿਆ ਜੀ ਵੀ ਪੈਸੇ ਚਾਹੀਦੇ ਸੀ ਥੋੜੇ ਜਿਹੇ। ਉਹਨੇ ਆਖਿਆ ਵੀ ਮੈਂ ਪੈਸੇ ਤਾਂ ਤੈਨੂੰ ਦੇ ਦਿਆਂਗਾ, ਪਰ ਇਹ ਪੈਸੇ ਤੇ ਤੂੰ ਮੋੜੇਗਾ ਕਦੋਂ? ਬਸ ਜੀ ਆ ਫਸਲ ਆਇਆ ਤੁਹਾਨੂੰ ਪੈਸੇ ਦੇ ਜਾਗੇ। ਅੱਛਾ। ਨਾ ਵੀ ਮੇਰੇ ਕੋਲ ਕੋਈ ਪੈਸਾ। ਅੱਛਾ, ਠੀਕ ਹੈ। ਇਹ ਬੈਠਾ ਸੀ ਇੱਕ ਹੋਰ, ਉਹਨੇ ਆਖਿਆ ਜੀ ਵੀ ਹਾਂ ਵੀ ਦੱਸ ਭਾਈ ਤੂੰ ਵੀ ਆਇਆ ਸਵੇਰੇ ਸਵੇਰੇ, ਕੀ ਕੰਮ ਸੀ, ਕਾਜ ਸੀ, ਸ਼ਾਇਦ ਕੋਈ ਹੋਰ ਚੀਜ਼ ਲੈਣ ਆਇਆ, ਮੈਨੂੰ ਮਿਲਣ ਆਇਆ, ਕਿਵੇਂ ਆਇਆ? ਹਾਂਜੀ। ਆਂਦਾ ਸੇਠ ਜੀ ਮੈਂ ਆਪ ਜੀ ਤੋਂ ਪੈਸੇ ਲੈਣ ਆਇਆ। ਅੱਛਾ। ਮੈਨੂੰ ਲੋੜ ਹੈ ਬੜੀ। ਅੱਛਾ ਜੀ। ਉਹਨੇ ਆਖਿਆ ਭਾਈ ਹਾਂ ਦੱਸ ਕਿੰਨੇ ਕ ਪੈਸੇ ਚਾਹੀਦੇ ਨੇ? ਉਹਦੀ ਆਪਦੀ ਡਿਮਾਂਡ ਦੱਸੀ, 5 ਜਾਂ 10,000 ਜਾਂ ਜੋ ਵੀ ਉਹਨੇ ਲੈਣਾ ਸੀ ਜੀ। ਤੇ ਸੇਠ ਜੀ ਨੇ ਸੇਮ ਹੀ ਕੁਐਸਚਨ ਉਹਨੂੰ ਕੀਤਾ ਜੀ, ਭਾਈ ਤੂੰ ਜੇ ਪੈਸੇ ਤਾਂ ਮੈਂ ਤੈਨੂੰ ਦੇ ਦੇਣਾ, ਜੇ ਲੈ ਜਾਏਗਾ ਤੇ ਮੈਨੂੰ ਮੋੜੇਗਾ ਕਦੋਂ? ਜਾਂ ਮੋੜਨ ਲੱਗਿਆ ਤੇਰਾ ਮੂੰਹ ਕਿਹਦਾ ਹੋਵੇਗਾ? ਜੀ। ਉਹਨੇ ਆਖਿਆ ਜੀ ਇੱਕ ਤਾਂ ਮੈਨੂੰ ਮੋੜਨ ਲੱਗਿਆ ਤੇ ਮੇਰੇ ਅੰਦਰ ਬਹੁਤ ਜ਼ਿਆਦਾ ਤਕਲੀਫ ਹੋਏਗੀ, ਮੇਰੇ ਕੁੱਤੀ ਹੋਏਗੀ, ਭਾਵੇਂ ਮੈਂ ਸੱਚ ਲੈ ਕੇ ਹੀ ਵਰਤੇ। ਕਿ ਸ਼ੁਕਰ ਹੈ ਸੱਚ ਤੇ ਬੋਲਿਆ। ਤੇ ਦੂਜੀ ਗੱਲ ਹੈ ਮੇਰੀਆਂ ਅੱਖਾਂ ਵੀ ਨਹੀਂ ਹੋ ਰਹਿਣੀਆਂ, ਮਿੱਠੀਆਂ ਅੱਖਾਂ ਨਾਲ ਮੈਂ ਹੁਣ ਤੁਹਾਨੂੰ ਵੇਖ ਕੇ ਪੈਸੇ ਮੰਗਣਾ ਪਿਆਣਾ,
ਮੈਂ ਵਾਕਈ ਥੋੜੀਆਂ ਜਿਹੀਆਂ ਕੌੜੀਆਂ ਅੱਖਾਂ ਨਾਲ ਤੁਹਾਨੂੰ ਦਿਆਂਗਾ, ਇਹਨਾਂ ਅੱਖਾਂ ਨਾਲ ਨਹੀਂ ਦਿੱਤੇ ਜਾਣੇ। ਵਾਕਈ ਅੰਕਲ, ਉਹਨੇ ਆਖਿਆ ਤੂੰ ਵਾਕਈ ਗੱਲ ਸਹੀ ਕਰ, ਗੱਲ। ਚਾਹੀਦੇ ਕਿੰਨੇ ਚਾਹੀਦੇ ਕਿੰਨੇ, ਠੀਕ ਹੈ। ਕਿਉਂਕਿ ਵੇਖੋ ਸੇਠਾਂ ਦਾ, ਬਾਣੀਆਂ ਦਾ, ਜਿਹੜੇ ਸ਼ਾਹੂਕਾਰ ਨੇ ਉਹਨਾਂ ਦੇ ਸੁਭਾਅ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਸ ਤਰੀਕੇ ਨਾਲ ਗੱਲ ਕੀਤੀ ਹੈ, ਮੈਨੂੰ ਪੈਸੇ ਵਾਪਸ ਆਉਣਗੇ ਜਾਂ ਨਹੀਂ। ਠੀਕ ਹੈ, ਹਾਂਜੀ ਬਿਲਕੁਲ ਠੀਕ ਹੈ। ਉਦਾਹਰਨ ਦੇਣ ਤਾਂ ਸਿਰਫ ਇੰਨਾ ਮਸਲਾ ਸੀ ਵੀ ਰਿਸ਼ਤੇਦਾਰਾਂ ਨੂੰ ਸਿਰਫ ਆਪਾਂ ਰਿਸ਼ਤੇਦਾਰੀ ਦੇ ਲਿਹਾਜ਼ ਨਾਲ ਜਾਣਦੇ ਆ, ਉਹਨਾਂ ਦਾ ਜਿਹੜਾ ਆਪਸੀ ਵਿਹਾਰ ਹੁੰਦਾ ਹੈ ਉਹਦੇ ਮੁਤਾਬਕ ਨਹੀਂ ਹੈ। ਕਈ ਇਨਸਾਨ ਨੇ ਜੀ, ਉਹ ਬਿਲਕੁਲ ਉਹ ਵੀ ਨਹੀਂ ਅਖਵਾਉਂਦੇ। ਹਾਂਜੀ ਬਿਲਕੁਲ ਠੀਕ ਹੈ। ਲੈ ਜ਼ਰੂਰ ਗਏ ਟਾਈਮ ਤੇ, ਹਾਂਜੀ ਪਰ ਉਹਦੇ ਟਾਈਮ ਤੋਂ ਪਹਿਲਾਂ ਆਖਿਆ ਭਾਈ ਮੇਰਾ ਸਰ ਗਿਆ, ਤੂੰ ਆਪਦੇ ਲਈ ਲਾ। ਬਿਲਕੁਲ ਠੀਕ ਹੈ, ਹਾਂਜੀ। ਤੇ ਕਈ ਇਹੋ ਜਿਹੇ ਵੀ ਨੇ ਜਿਹੜਾ ਤੁਹਾਡਾ ਸਾਰੀ ਉਮਰ ਹੀ ਉਹ ਪੈਸਾ ਤੁਹਾਡਾ ਵਿਗਾੜ ਦਾ ਕਾਰਨ ਬਣ ਜਾਣਾ, ਜਾਂ ਤੁਹਾਨੂੰ ਇੰਨੇ ਮਿੱਠੇ ਪਿਆਰੇ ਹੋ ਕੇ ਮੰਗਣੇ ਪੈਣਗੇ, ਜੇ ਨਹੀਂ ਵੀ ਦਿੰਦਾ ਥੋੜੇ ਦੇ ਜਾ, ਤੂੰ ਕਿਸ਼ਤਾਂ ਨਾਲ ਦੇ ਜਾ, ਉਹਨੂੰ ਵੀ ਬਹਾਨੇ ਤੇ ਪਿਆਰੀਆਂ ਪਿਆਰੀਆਂ ਗੱਲਾਂ ਕਰਨੀਆਂ ਪੈਣਗੀਆਂ। ਜੇ ਤੁਸੀਂ ਅੱਗੋਂ ਵੀ ਟੜਿੰਗ ਫੜਿੰਗ ਵਾਲੀ ਗੱਲ ਕਰਦੀ ਤੇ ਸਮਝੋ ਤੁਹਾਡਾ ਮੂਲ ਵੀ ਗਰੀਜ। ਹਾਂ ਉਹ ਵੀ ਕਿਹਾ, ਉੱਥੇ ਤੁਹਾਨੂੰ ਪਿਆਰ ਦੀ ਪਰਿਭਾਸ਼ਾ ਵਰਤਣੀ ਪੈਗੀ। ਤੌਬਾ, ਹਾਂਜੀ ਅੰਕਲ। ਅੱਛਾ, ਕੱਲ ਦੇ ਬਾਰੇ ਤੁਸੀਂ ਕਹਿ ਰਹੇ ਸੀਗੇ ਕਿ ਕੱਲ ਜੋ ਤੁਸੀਂ ਉਹ ਦੱਸਿਆ ਸੀਗਾ ਸਾਡੀ ਇੱਕ ਭੈਣ ਨੂੰ ਕਿ ਉਹ ਬੱਚੇ ਨੂੰ ਕਬਜ਼ ਰਹਿੰਦੀ ਹੈ, ਤੇ ਉਹਦੇ ਲਈ ਤੁਸੀਂ ਕਹਿ ਰਹੇ ਸੀ ਕਿ ਜੇ ਉਹ ਆਪਣਾ ਦੁੱਧ ਪਿਆਉਂਦੀ ਹੈ ਤੇ ਫਿਰ ਉਸ ਨੂੰ ਉਹ ਨੁਕਤਾ ਨਹੀਂ ਵਰਤਣਾ ਚਾਹੀਦਾ। ਨਹੀਂ ਬੇਟਾ, ਜਿਹੜਾ ਕੇਲੇ ਵਾਲਾ ਨੁਕਤਾ ਹੈ ਨਾ, ਉਹ ਤਾਂ ਥੋੜਾ ਜਿਹਾ, ਕਿਉਂਕਿ ਕੇਲਾ 3 ਮਹੀਨੇ ਦਾ ਬੱਚਾ ਵੀ ਤੁਸੀਂ ਮਿੱਧ ਕੇ ਉਹਦੇ ਮੂੰਹ 'ਚ ਪਾਓਗੇ ਤੇ ਉਹ ਅੱਗੇ ਨਿਗਾਹ ਜਾਏਗਾ। ਠੀਕ ਹੈ, ਹਾਂਜੀ। ਜੇ ਤੁਸੀਂ ਥੋੜੀ ਜਿਹੀ ਅੱਧੀ ਕੁ ਚੁਟਕੀ ਉਹਨੂੰ ਜੂਸ ਕਿਸੇ 'ਚ ਮਿਕਸ ਕਰਕੇ ਉਹਦੇ ਅੰਦਰ ਟਪਾ ਦੋਗੇ ਵੀ ਤਾਂ ਵੀ ਟੱਪ ਜਾਏਗੀ। ਠੀਕ ਹੈ। ਔਰ ਉਹਦਾ ਇੱਕ ਕਾਰਨ ਹੋਰ ਹੈ, ਉਹਨੂੰ ਮਾਂ ਦੇ ਦੁੱਧ ਤੋਂ ਵੀ ਇਹ ਚੀਜ਼ ਹੁੰਦੀ ਹੈ। ਮੈਂ ਸਿਰਫ ਇੰਨੀ ਦੱਸਣਾ ਚਾਹੁੰਦਾ, ਹਾਂਜੀ ਹਾਂਜੀ, ਜੇ ਉਹ ਮਾਤਾ ਉਹਨੂੰ ਆਪਦਾ ਦੁੱਧ ਪਿਆਉਂਦੀ ਆਪਦੇ 3 ਮਹੀਨੇ ਦੇ ਬੱਚੇ ਨੂੰ ਜੀ, ਫਿਰ ਉਹ 1 ਚਮਚਾ ਸੌਂਫ 1.5 ਪਾ ਪਾਣੀ ਦੇ ਵਿੱਚ ਕਾੜੇ। 1 ਚਮਚਾ ਸੌਂਫ 1.5 ਪਾ ਪਾਣੀ ਦੇ ਵਿੱਚ ਕਾੜ ਲਵੇ, ਹਾਂਜੀ। ਜਦੋਂ ਗਿਣਤੀ ਦੀਆਂ 2 ਜਾਂ 3 ਘੁੱਟਾਂ ਰਹਿ ਜਾਏ ਸੌਂਫ ਨੂੰ ਪੁਣ ਕੇ ਜੀ, ਤੇ ਉਹ ਦੁੱਧ ਦੇ ਵਿੱਚ ਪਾ ਕੇ ਇੱਕ ਨਾਲ ਵੱਡੀ ਇਲਾਚੀ ਪਾਵੇ ਤੇ ਉਹ ਪੀਵੇ। ਇੱਕ ਤਾਂ ਬੱਚੇ ਦੀ ਛਾਤੀ ਸਾਫ਼ ਰਹੇਗੀ, ਜਿਹੜਾ ਬੱਚਾ ਇਹ ਉਲਟੀ ਕਰ ਦਿੰਦਾ ਹੈ, ਖੱਟੀ ਉਲਟੀ ਆਉਂਦੀ ਹੈ, ਤੇ ਦੂਜਾ ਹੈ ਵੀ ਉਹਦੇ ਮਾਂ ਦੇ ਦੁੱਧ ਨਾਲ ਹੀ ਉਹਦੀ ਕਬਜ਼ ਠੀਕ ਹੋ ਜਾਏਗੀ। ਜੀ ਬਿਲਕੁਲ ਠੀਕ, ਮਾਂ ਨੂੰ ਪੀਣਾ ਚਾਹੀਦਾ ਦੁੱਧ, ਹਾਂਜੀ। ਹਾਂ, ਮਾਂ ਨੂੰ ਪੀਣਾ ਚਾਹੀਦਾ, ਮਾਂ ਦੇ ਦੁੱਧ ਨਾਲ। ਜੇ ਉਹ ਦੁੱਧ ਪਿਆਉਂਦੀ ਹੈ ਤਾਂ ਆਪਾਂ ਦੱਸ ਰਹੇ ਹਾਂ। ਠੀਕ ਹੈ। ਅਗਰ ਜੇ ਫਿਰ ਵੀ ਇਹ ਬੱਚੇ ਨੂੰ 2 ਚਮਚੇ ਤੁਸੀਂ ਸੌਂਫ ਐਵਰੀ ਡੇ ਇਸ ਤਰ੍ਹਾਂ ਕਾੜ ਕੇ ਗਿਣਤੀ ਦੀਆਂ ਉਹ ਪਾਣੀ ਦੀਆਂ ਬੂੰਦਾਂ ਰਹਿ ਜਾਣ, ਉਹ ਪਾਣੀ ਦੀਆਂ ਬੂੰਦਾਂ ਦਿਨ ਦੇ ਵਿੱਚ ਕਈ ਵਾਰ ਉਹਨੂੰ ਪਿਆਉਂਦੀ ਰਹੇ ਤੇ ਬੱਚੇ ਨੂੰ ਕਦੀ ਕਬਜ਼ ਨਹੀਂ ਹੋਏਗੀ, ਨਾਲੇ ਹਵਾ ਨਹੀਂ ਰੁਕਦੀ ਅੰਦਰ, ਬੱਚੇ ਦੇ ਅੰਦਰੋਂ ਹਵਾ ਵੀ ਠੀਕ ਤਰੀਕੇ ਨਾਲ ਆਉਂਦੀ ਰਹੇਗੀ ਤੇ ਉਹਨੂੰ ਕਬਜ਼ ਵੀ ਉਹਦੀ ਨਹੀਂ ਰਹੇਗੀ। ਜੀ ਬਿਲਕੁਲ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਅੰਕਲ, ਥੈਂਕ ਯੂ ਸੋ ਮਚ। ਓਕੇ ਜੀ, ਨੈਕਸਟ ਕਾਲ। ਜੀ ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ? ਹਾਂਜੀ, ਟੀਵੀ ਦੀ ਆਵਾਜ਼ ਹੌਲੀ ਕਰ ਦਿਓ। ਤੁਸੀਂ ਕੌਣ ਬੋਲ ਰਹੇ ਹੋ? ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ਼ੈਰੀ ਜੀ ਨਾਲ ਗੱਲ ਕਰਨੀ ਸੀ। ਹਾਂਜੀ ਬੋਲ ਰਹੀ ਹਾਂ ਜੀ, ਤੁਸੀਂ ਕੌਣ ਬੋਲ ਰਹੇ ਹੋ? ਮੈਂ ਕੈਲੀਫੋਰਨੀਆ ਤੋਂ ਬੋਲਦੀ, ਬਲਬੀਰ ਕੌਰ ਜੀ। ਹਾਂਜੀ ਐਲਏ ਤੋਂ। ਹਾਂਜੀ, ਕੀ ਹਾਲ ਹੈ ਬਲਬੀਰ ਜੀ? ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਫੋਨ ਕਰ ਬਹੁਤ ਦੇਰ ਹੋ ਗਈ ਲਾਉਂਦੇ, ਹਰ ਬੁੱਧਵਾਰ ਲਾਉਂਦੀ, ਮੇਰਾ ਫੋਨ ਨਹੀਂ ਲੱਗਦਾ ਜੀ। ਪਲੀਜ਼ ਦੱਸੋ। ਮੇਰੇ ਗੋਡੇ ਬਹੁਤ ਦਰਦ ਕਰਦੇ। ਅੱਛਾ ਜੀ। ਹਾਂਜੀ, ਤੇ ਗੋਡਿਆਂ ਵਾਸਤੇ ਕਿੰਨੀਆਂ ਦਵਾਈਆਂ ਦੱਸੀਆਂ ਹੈਗੀਆਂ? ਕੋਈ ਵੀ ਨਹੀਂ ਇਸਤੇਮਾਲ ਕੀਤੀ ਕਿ ਫਰਕ ਨਹੀਂ ਪਿਆ? ਕੀ ਵਜ੍ਹਾ ਹੈ? ਮੈਂ ਉਦਾਂ ਕਰਦੀ ਵੀ ਹੈਗੀ ਆ, ਪਰ ਜ਼ਿਆਦਾ ਮਤਲਬ ਕਿ 1-2 ਚੀਜ਼ਾਂ ਤਾਂ ਕੀਤੀਆਂ, ਪਰ ਫਰਕ ਜਿਹਾ ਨਹੀਂ ਪਿਆ ਮੈਨੂੰ। ਤੇ 1-2 ਚੀਜ਼ਾਂ ਦੇ ਨਾਲ ਕੋਈ ਤੁਸੀਂ ਖਾਣ ਪੀਣ ਦਾ ਵੀ ਪਰਹੇਜ਼ ਕੀਤਾ? ਹਾਂਜੀ। ਅੱਛਾ, ਫਿਰ ਵੀ ਨਹੀਂ ਫਰਕ? ਕਿਉਂਕਿ ਕਿੰਨੇ ਨੁਕਤੇ ਹੈਗੇ ਆ, ਅਸੀਂ ਤਾਂ ਮੇਰੇ ਖਿਆਲ ਤੋਂ ਬਹੁਤ ਦੱਸ ਚੁੱਕੇ ਆ, ਕਿਉਂਕਿ ਆਪਣੇ ਸਰੀਰ ਦਾ ਵੀ ਫਰਕ ਹੈਗਾ। ਤੇ ਡਾਕਟਰ ਕੀ ਕਹਿੰਦੇ ਆ ਜੇ ਤੁਸੀਂ ਡਾਕਟਰ ਨੂੰ ਚੈੱਕ ਕਰਾਇਆ ਤੇ? ਡਾਕਟਰ ਤਾਂ ਉਹ ਤਾਂ ਕਹਿੰਦੇ ਸਰਜਰੀ ਕਰਾਓ, ਪਰ ਕਹਿੰਦੇ ਸਰਜਰੀ ਕਰਵਾਉਣੀ ਨਹੀਂ ਚਾਹੀਦੀ, ਪਹਿਲਾਂ ਤੁਸੀਂ ਆਪਣਾ ਦੇਸੀ ਇਲਾਜ ਕਰਵਾਓ। ਅੱਛਾ ਠੀਕ ਹੈ। ਸੋ ਕੋਈ ਗੱਲ ਨਹੀਂ ਜੀ, ਤੁਸੀਂ ਇਦਾਂ ਕਰੋ, ਮੇਰੀ ਗੱਲ ਸੁਣੋ ਤੁਸੀਂ ਬਲਬੀਰ ਜੀ। ਇੱਕ ਤਾਂ ਹੁਣ ਗੈਟ ਪੰਜਾਬੀ ਟੀਵੀ ਦੇ ਜੋ ਸਾਡੇ ਲਾਈਵ ਪ੍ਰੋਗਰਾਮ ਹੈਗੇ ਆ, ਉਹ ਤੁਸੀਂ YouTube ਤੇ ਵੇਖ ਸਕਦੇ ਹੋ। ਗੈਟ ਪੰਜਾਬੀ USA ਟਾਈਪ ਕਰੋ ਤੇ ਤੁਹਾਨੂੰ ਜੋ ਵੀ ਤਰੀਕ ਅੱਜ ਦੀ, ਜਿਸ ਤਰ੍ਹਾਂ ਤਰੀਕ 28 ਤਰੀਕ ਹੈਗੀ ਆ, ਕੱਲ 29 ਹੋਏਗੀ ਤੇ 29 ਤਰੀਕ ਨੂੰ ਬੁੱਧਵਾਰ ਹੈਗਾ। ਸੋ ਇਸ ਤਰੀਕੇ ਨਾਲ ਪਿਛਲੇ ਹਫਤੇ ਦੀ ਤਰੀਕਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਟਾਈਪ ਕਰਕੇ ਤੁਸੀਂ ਘਰੇਲੂ ਨੁਕਤੇ ਲੱਭ ਸਕਦੇ ਹੋ। ਜੇ ਤੁਸੀਂ ਉਹਨਾਂ 'ਚ ਕੋਈ ਨੁਕਤਾ ਦੇਖਣਾ ਚਾਹੁੰਦੇ ਹੋ ਤੇ ਉਹਨਾਂ ਤੋਂ ਪਲੀਜ਼ ਕੋਈ ਨੁਕਤਾ ਦੇਖੋ ਜਿਹੜਾ ਤੁਹਾਡੇ ਤੋਂ ਮਿਸ ਹੋ ਗਿਆ ਹੈ ਔਰ ਤੁਸੀਂ ਉਸ ਨੂੰ ਟਰਾਈ ਕਰ ਸਕੋ। ਮੈਂ ਚੈੱਕ ਤਾਂ ਕੀਤਾ YouTube ਤੇ, ਕਈ ਤੁਹਾਡੇ ਸੀਰੀਅਲ ਜਿਹੜੇ ਆ ਨਹੀਂ ਰਹੇ ਵਿੱਚ। ਅੱਛਾ ਓਕੇ, ਕੋਈ ਗੱਲ ਨਹੀਂ, ਇੱਕ ਵਾਰੀ ਫੇਰ ਅਸੀਂ ਚੈੱਕ ਕਰਾਂਗੇ। ਹੋਣੇ ਚਾਹੀਦੇ ਆ ਸਾਰੇ ਐਪੀਸੋਡ।
क्योंकि खास तौर ते घरेलू नुकतियां दी ते साडी पूरी टीम नूं पता हैगा कि दर्शक देखते आ, ते मेरे लिए मुमकिन नहीं हैगा कि मैं वो रिपीट करके दसां, याद नहीं रहिंदा जो लिख लिता लिखिया गया। सो एक बारी तुसी उस ते यूट्यूब ते चैक करो, जे नहीं हैगा तुसी मैनू ईमेल करो कि शहरी फलां दिन दा नुकता सानू नहीं मिल रहा। ਅੱਛਾ ਜੀ, ਤੁਸੀਂ ਜੇ ਕੱਲ ਨੂੰ ਆਪਣੇ ਭਾਜੀ ਹੁਣ ਪਰਸ਼ੋਤਮ ਭਾਜੀ ਉਹਨਾਂ ਨੂੰ ਪੁੱਛ ਕੇ ਦੱਸ ਦਿਓ ਤਾਂ ਚੰਗੀ ਗੱਲ ਹੀ ਆ। ਜੀ ਮੈਂ ਤੁਹਾਡੀ ਗੱਲ ਤੇ ਗੌਰ ਜ਼ਰੂਰ ਫਰਮਾਵਾਂਗੀ, ਬਹੁਤ ਬਹੁਤ ਸ਼ੁਕਰੀਆ। ਇੱਕ ਇੱਕ ਸਵਾਲ ਤੁਸੀਂ ਆਪ ਦੇਖੋ ਕਿ ਉਹੀ ਮੁੜ ਤੁੜ ਕੇ ਅਸੀਂ ਨਵੀਆਂ ਗੱਲਾਂ ਤੇ ਨਹੀਂ ਵੱਧ ਸਕਦੇ ਹਾਂ। ਕੋਈ ਵੀ ਪ੍ਰੋਗਰਾਮ ਹੈਗਾ ਉਸ ਨੂੰ ਤੁਸੀਂ ਸਾਰੇ ਖਿਆਲ ਨਾਲ ਸੁਣੋ, ਉਸ ਦੇ ਵਿੱਚ ਸ਼ਾਮਿਲ ਹੋਵੋ। ਕੋਈ ਗੱਲ ਰਹਿ ਵੀ ਗਈ ਹੈ ਹੁਣ ਦੱਸ ਹੀ ਦਿੱਤਾ ਤੁਹਾਨੂੰ। YouTube ਤੇ ਗੈਟ ਪੰਜਾਬੀ USA SDD ਯਾਨੀ ਕਿ ਸਾਂਝ ਦਿਲਾਂ ਦੀ ਤੁਸੀਂ ਟਾਈਪ ਕਰੋ, ਤੁਹਾਨੂੰ ਐਪੀਸੋਡ ਮਿਲ ਜਾਣੇ ਚਾਹੀਦੇ। ਫਿਰ ਵੀ ਨਹੀਂ ਤੁਹਾਨੂੰ ਸਮਝ ਆ ਰਿਹਾ, ਮੈਨੂੰ ਤੁਸੀਂ ਈਮੇਲ ਕਰੋ, ਮੈਂ ਤੁਹਾਨੂੰ ਉਸ ਦਾ ਲਿੰਕ ਜਿਹੜਾ ਉਹ ਟਾਈਪ ਕਰਕੇ ਭੇਜ ਦਿਆਂਗੀ ਔਰ ਤੁਸੀਂ ਚੈੱਕ ਕਰ ਸਕਦੇ ਹੋ। ਸੋ ਫਿਰ ਪਿਆਰੇ ਦਰਸ਼ਕੋ, ਗੱਲ ਸਾਡੀ ਜਿਹੜੀ ਆ ਉਹ ਵਿੱਚ ਰਹਿ ਗਈ। ਸੋ ਉਸ ਗੱਲ ਤੇ ਫਿਰ ਮੁੜ ਕੇ ਵਾਪਸ ਆਨੇ ਆ, ਛੋਟਾ ਜਿਹਾ ਬ੍ਰੇਕ ਕਰਦੇ ਆ, ਮਿਲਦੇ ਆ ਬ੍ਰੇਕ ਤੋਂ ਬਾਅਦ। दीदी मैं तो भूल ही गई थी, मम्मी ने तेरे लिए असली घी भेजा है और मैंने स्पेशली पैक किया। अच्छा जल्दी आना। क्या कर रही है लक्ष्मी? आई आई, पहले अपनी आंखें बंद करो। दीदी ऐसा घी सिर्फ मम्मी ही बना सकती है, सब लक्ष्मी माँ की कृपा है। लक्ष्मी घी, made pure, made fresh, made here। अंबा ज्वेलर, हर किसी दी पहली पसंद। वेस्टर्न ते ट्रेडिशनल ज्वेलरी दी वैरायटी दी है परमार। हर तरह दी पार्टी वेडिंग ओकेजन ਲਈ ਤੁਹਾਨੂੰ ਕਰਦਾ ਹੈ ਤਿਆਰ। ਨਾਲ ਹੀ ਅਵੇਲੇਬਲ ਹਨ 24 कैरेट गोल्ड कॉइन्स ਦੇ स्पेशल गिफ्ट्स। अंबा ज्वेलर्स 3713 74th स्ट्रीट, जैक्सन हाइट्स, न्यूयॉर्क। फोन 7186392300। ਪੰਜਾਬੀ ਭਰਾਵਾਂ ਦਾ ਟਰੱਕ ਡਰਾਈਵਿੰਗ ਸਕੂਲ ਮੋਡੈਸਟੋ ਕੈਲੀਫੋਰਨੀਆ ਵਿੱਚ ਲਾਇਸੈਂਸ 100% ਗਾਰੰਟੀ, ਰਿਹਾਇਸ਼ ਅਤੇ 에ਅਰਪੋਰਟ ਤੋਂ ਪਿਕਅਪ ਫ੍ਰੀ। ਕਾਲ ਕਰੋ ਅਵਤਾਰ ਸਿੰਘ ਚੱਠਾ ਨੂੰ 209 404 84। ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਸ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ, ਜਿਸ ਦੀ ਕੋਈ ਫੀਸ ਨਹੀਂ ਹੋਏਗੀ। ओबामा केयर ਵਿੱਚ ਐਨਰੋਲ ਹੋਣ ਦੀ ਡੈਡਲਾਈਨ 31 ਮਾਰਚ 2014 ਹੈ। ਸੋ ਅਮਰੀਕਾ ਦੇ ਕਿਸੇ ਵੀ ਸ਼ਹਿਰ 'ਚ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ओबामा केयर ਹੈਲਥ ਇੰਸ਼ੋਰੈਂਸ ਕਰਾਉਣ ਲਈ ਪੰਜਾਬ ਇੰਸ਼ੋਰੈਂਸ ਦੇ ਨੰਬਰ ਤੇ ਹੁਣੇ ਕਾਲ ਕਰੋ। मिराज बैंकेट हॉल एंड रेस्टोरेंट, वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सीटिंग फैसिलिटी, विजिटर्स ਲਈ प्राइवेट पार्किंग फैसिलिटी भी अवेलेबल है। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. प्रकृति जैसी शुद्धता हमारी पहचान। MTH मसाले, the real spice of India। अरे तुमने मेरे हाथ
साथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी खांडवी तो मैं बनाती थी, स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ। पर ये तो लक्ष्मी है। इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी, किसी भी इंडियन स्टोर में। लक्ष्मी बेसन। मेड प्योर, मेड फ्रेश, मेड हियर। हाथों की अपनी दास्तां होती है, कभी सृष्टि तो कभी विनाश। ये देखती हैं, कभी ये सहारा तो कभी विश्वास। सदियों से ये खिलाए पीढ़ियों को निवाला। और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी। अपने देश का नंबर 1। जी ब्रेक ਦੇ ਦੌਰਾਨ ਸਾਡੇ ਬਹੁਤ ਪਿਆਰੇ ਕਾਲਰ ਪਲਦੀਪ ਜੀ ਨਾਲ ਗੱਲ ਹੋਈ। ਸੋ ਪਲਦੀਪ ਜੀ ਨੇ ਕਿਹਾ ਕਿ ਸ਼ਹਿਰੀ ਵੈਸੇ ਤਾਂ ਕਿਸੇ ਨੂੰ ਕੋਈ ਮੁਸ਼ਕਲ ਹੀ ਹੁੰਦੀ ਹੈ ਤਾਂ ਹੀ ਉਹ ਪੈਸੇ ਮੰਗਦਾ, ਮਤਲਬ ਮੰਗਣੇ ਵੀ ਇੰਨੇ ਸੌਖੇ ਨਹੀਂ ਹੈਗੇ ਆ। ਪਰ ਜੇ ਕਿਸੇ ਨੇ ਪੈਸੇ ਦੇ ਦਿੱਤੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਦੇਣਾ ਚਾਹੀਦਾ, ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਸੋ ਔਰ ਰਿਸ਼ਤੇ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਅੱਛਾ, ਰਾਣੀ ਜੀ ਨੇ ਕੈਲੀਫੋਰਨੀਆ ਤੋਂ ਕਾਲ ਕੀਤਾ ਸੀ, ਪੁਰਸ਼ੋਤਮ ਅੰਕਲ ਨੂੰ ਥੈਂਕਸ ਕੀਤੀ ਹੈ। ਔਰ ਜੋ ਰਾਣੀ ਤੁਸੀਂ ਪੁੱਛਿਆ ਹੈਗਾ ਉਸ 'ਤੇ ਜਿਸ ਤਰ੍ਹਾਂ ਹੀ ਮੇਰੀ ਗੱਲ ਹੋਏਗੀ ਪੁਰਸ਼ੋਤਮ ਅੰਕਲ ਨਾਲ, ਮੈਂ ਤੁਹਾਡੇ ਨਾਲ ਫਿਰ ਦੁਬਾਰਾ ਗੱਲ ਕਰ ਲਾਂਗੀ, ਠੀਕ ਹੈ। ਸੋ ਸਤਿ ਸ਼੍ਰੀ ਅਕਾਲ ਬਲਬੀਰ ਜੀ ਕੈਨੇਡਾ ਤੋਂ। ਹਾਂਜੀ ਸ਼ਰੀ ਜੀ। ਜੀ ਸੁਣਾਓ ਕੀ ਹਾਲ ਹੈ ਔਰ ਅੱਜ ਦੇ ਵਿਸ਼ੇ 'ਤੇ ਕੀ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ? ਐਕਚੁਅਲੀ ਤੁਹਾਡਾ ਵਿਸ਼ੇ ਤਾਂ ਬਿਲਕੁਲ ਸਹੀ ਹੈ ਜੀ, ਲਾਈਕ ਦ ਵੇ ਯੂ ਆਰ ਸੇਇੰਗ ਕਿ ਯਾਰ ਪੈਸੇ ਲੈ ਕੇ ਆਫ ਕੋਰਸ ਵਿਗੜ ਜਾਂਦੀ ਹੈ ਸਾਰਿਆਂ ਨਾਲ। ਹਾਂਜੀ ਸੋ ਯਾ ਆਫ ਕੋਰਸ ਕੁਝ ਹੋਇਆ ਇੱਦਾਂ? ਚਲੋ ਪੈਸੇ ਤੋਂ ਇਲਾਵਾ ਕੋਈ ਕੁਝ? ਨਹੀਂ ਜੀ, ਮੈਂ ਮੋਸਟਲੀ ਡੀਲ ਨਹੀਂ ਕੀਤਾ ਇੱਦਾਂ ਦੀ ਸਟਫ ਨਾਲ। ਓਕੇ, ਮੋਸਟਲੀ ਕਰਦੇ ਆ ਜੀ। ਬਲਬੀਰ ਜੀ ਰਿਸ਼ਤੇਦਾਰੀ ਦੇ ਵਿੱਚ ਕਈ ਵਾਰੀ ਹੁੰਦਾ ਕਿ ਕੋਈ ਪੈਸੇ ਤੋਂ ਇਲਾਵਾ ਕੋਈ ਵੀ ਚੀਜ਼, ਜਿਸ ਤਰ੍ਹਾਂ ਆਪਾਂ ਵਰਤਾਓ ਕਰਦੇ ਹਾਂ, ਕੋਈ ਸਮਾਨ ਹੈਗਾ, ਕੋਈ ਚੀਜ਼ ਕਿਸੇ ਨੇ ਮੰਗ ਲਿੱਤੀ, ਫਿਰ ਤੁਸੀਂ ਜੇ ਉਹ ਚੀਜ਼ ਟਾਈਮ ਸਿਰ ਨਹੀਂ ਮੋੜਦੇ ਹੈ ਤੇ ਉਹ ਵੀ ਪੈਸਿਆਂ ਤੋਂ ਆਈ ਹੈ ਤੇ ਉਸ ਦੇ ਕਰਕੇ ਵੀ ਫਰਕ ਪੈ ਜਾਂਦਾ ਕਿ ਹਾਏ ਦੇਖੋ ਮੇਰੀ ਚੀਜ਼ ਲਿੱਤੀ ਹੈ ਮੋੜੀ ਨਹੀਂ ਹੈਗੀ ਆ। ਕਿ ਤੁਹਾਨੂੰ ਕਦੀ ਇਦਾਂ ਦਾ ਹੋਇਆ ਕੁਝ? ਹਾਂਜੀ ਬਿਲਕੁਲ ਸਹੀ ਜੀ, ਹੈ ਨਾ, ਲਾਈਕ ਫਰੈਂਡਸ ਦੇ ਨਾਲ ਜਾਂ ਰਿਲੇਟਿਵਸ ਚ ਹੋ ਫਰੈਂਡਸ ਰਿਲੇਟਿਵ ਵਿੱਚ। ਸੋ ਇਸ ਦੇ ਨਾਲ ਸਾਨੂੰ ਇਹ ਵੀ ਚੀਜ਼ ਦਾ ਖਿਆਲ ਕਰਨਾ ਚਾਹੀਦਾ ਕਿ ਕਿਸੇ ਤੋਂ ਕੁਝ ਵੀ ਜੇ ਸਮਾਨ ਤੁਸੀਂ ਉਧਾਰੀ ਮੰਗਿਆ ਤੇ ਉਸ ਨੂੰ ਤੁਸੀਂ ਟਾਈਮ ਸਿਰ ਜ਼ਰੂਰ ਮੋੜੋ। ਯਾਦ ਨਹੀਂ ਰਿਹਾ ਤੇ ਲਿਖ ਲਵੋ ਕਿ ਅੱਜ ਅਸੀਂ ਫਲਾਣੇ ਤੋਂ, ਭਾਵੇਂ ਉਹ ਕੋਈ ਛੋਟੀ ਮੋਟੀ ਕੋਈ ਵੀ ਚੀਜ਼ ਹੈ ਤੇ ਉਸ ਦਾ ਖਿਆਲ ਕਰਨਾ ਚਾਹੀਦਾ। ਰਾਈਟ ਬਲਬੀਰ ਜੀ? ਬਿਲਕੁਲ ਸਹੀ ਜੀ, ਆਈ ਐਗਰੀ ਵਿਦ ਯੂ। ਥੈਂਕ ਯੂ ਸੋ ਮਚ, ਥੈਂਕ ਯੂ। ਕੁਝ ਹੋਰ ਪੁੱਛਣਾ ਜੀ? ਹਾਂਜੀ ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਸੀ ਜੀ, ਇਫ ਆਈ ਕੈਨ। ਆਮ ਸੋ ਸੌਰੀ ਕਿ ਮੈਂ ਤੁਹਾਨੂੰ ਅੱਜ ਦੇ ਟੌਪਿਕ ਦੇ ਵਿੱਚ ਪੁੱਛ ਰਹੀ ਹਾਂ। ਨਹੀਂ ਕੋਈ ਗੱਲ ਨਹੀਂ, ਮੈਨੂੰ ਪਤਾ ਹੈ ਫੋਨ ਨਹੀਂ ਮਿਲਦਾ ਕਈ ਵਾਰੀ। ਪੁੱਛੋ ਕੀ ਪੁੱਛਣਾ ਹੈ। ਹਾਂਜੀ ਐਕਚੁਅਲੀ ਮੇਰਾ ਬੇਟਾ ਜੀ ਹੀ ਇਜ਼ 5 ਇਅਰਸ 올ਡ, ਟਾਈਪ 1 ਡਾਇਬੀਟਿਕ ਹੈ। ਓ ਅੱਛਾ। ਹਾਂਜੀ, ਤੇ ਅੰਕਲ ਜੀ ਨੇ ਜੋ ਦੱਸਿਆ ਸੀਗਾ, ਮੇਰੀ ਅੰਕਲ ਜੀ ਨਾਲ ਗੱਲ ਵੀ ਹੋਈ ਸੀਗੀ ਜੀ। ਬਟ ਮੈਂ ਜਸਟ ਇਹ ਪੁੱਛਣਾ ਸੀ ਕਿ ਮੇਰੇ ਬ੍ਰਦਰ ਨੇ ਸਾਰਾ ਸਮਾਨ, ਮੇਰੇ ਹਸਬੰਡ ਇੰਡੀਆ ਗਏ ਹੋਏ ਆ, ਉਹਨਾਂ ਨੇ ਸਾਰਾ ਸਮਾਨ ਰੈਡੀ ਕਰ ਲਿਆ, ਰਾਜਸਥਾਨ ਤੋਂ ਕੋਟ ਤੋਂ ਮੈਂ ਸਾਰਾ ਕੁਝ ਲੈ ਆਏ। ਠੀਕ ਹੈ, ਠੀਕ ਹੈ। ਤੇ ਪਲੀਜ਼ ਤੁਸੀਂ ਜੇ ਅੰਕਲ ਜੀ ਨੂੰ ਕਹਿ ਦਿਓ ਕਿ ਉਹ ਇੱਕ ਵਾਰੀ ਮੈਨੂੰ ਫੋਨ ਕਰ ਲੈਣ। ਹੁਣ ਅਸੀਂ ਬਣਾਉਣਾ ਸਟਫ ਤੇ ਕੁਝ ਕੁ ਗੱਲਾਂ ਹੈਗੀਆਂ ਜਿਹੜੀ ਸਾਨੂੰ ਕਲੀਅਰ ਨਹੀਂ ਹੈ। ਜਿੱਦਾਂ ਕਿ ਤੁਸੀਂ ਹੁਣੇ ਪੁੱਛੋ। ਜਿੱਦਾਂ ਕਿ ਕੋਟ ਤੁਮੇ ਦੀ ਛਿੱਲ ਲਾਉਣੀ ਹੈ, ਕੱਟ ਕੇ ਉਹਨੂੰ ਧੋਣਾ ਜਦੋਂ। ਅੱਛਾ ਓਕੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕਿਹਾ ਸੀ ਛਿੱਲ ਲਾਣੀ ਹੈ। ਨਹੀਂ ਲਾਣੀ ਛਿੱਲ, ਨਹੀਂ ਲਾਣੀ? ਨਹੀਂ, ਛਿੱਲ ਲਾਉਣ ਵਾਸਤੇ ਨਹੀਂ ਕਦੀ ਵੀ ਉਹਨਾਂ ਨੇ ਕਿਹਾ। ਹਾਂਜੀ, ਮੇਰੇ ਬ੍ਰਦਰ ਨੇ ਕਿਹਾ ਸੀ ਕਿ ਸੌਂਫ ਲਾਈਕ ਕਈ ਤਰ੍ਹਾਂ ਦੀ ਹੁੰਦੀ, ਸੋ ਕਿਹੜੀ ਸੌਂਫ ਲੈਣੀ ਆਪਾਂ? ਅੱਛਾ, ਵੈਸੇ ਨੁਕਤਿਆਂ ਦੇ ਵਿੱਚ ਜੋ ਸੌਂਫ ਵਰਤੀ ਜਾਂਦੀ ਹੈ ਉਹ ਹੁੰਦੀ ਹੈ ਜਿਹੜੀ ਮੋਟੇ ਵਾਲੀ ਫਿੱਕੀ ਸੌਂਫ ਹੁੰਦੀ ਹੈ ਨਾ। ਹਾਂਜੀ। ਸੌਂਫ ਤੇ ਇੱਕ ਹੁੰਦੀ ਹੈ ਬਰੀਕ ਹੁੰਦੀ ਹੈ, ਹਰੀ ਹਰੀ, ਉਹ ਮਿੱਠੀ ਹੁੰਦੀ ਹੈ। ਹਾਂਜੀ। ਸੋ ਸੌਂਫ ਦੀ ਜਿਹੜੀ ਮੋਟੀ ਸੌਂਫ ਹੁੰਦੀ ਹੈ ਉਹ ਮਿੱਠੀ ਘੱਟ ਹੁੰਦੀ ਹੈ। ਸੋ ਆਈ ਥਿੰਕ ਕਿ ਉਹ ਸੌਂਫ ਤੁਹਾਨੂੰ ਵਰਤਣੀ ਚਾਹੀਦੀ ਹੈ।
ਠੀਕ ਹੈ ਜੀ। ਠੀਕ ਹੈ। ਦੂਜੀ ਗੱਲ ਆ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਸਾਰਾ 4 ਕਿਲੋ ਕੌੜ ਤੋਂ 4 ਕਿਲੋ ਦੇਸੀ ਔਰ ਹਾਂਜੀ। ਲਾਈਕ ਇਹ 4 ਕਿਲੋ ਸੀਗੇ ਪੱਕਾ ਨਾ? 4 ਕਿਲੋ ਸੀ ਬਿਲਕੁਲ, ਹਾਂਜੀ ਠੀਕ ਹੈ ਜੀ। ਠੀਕ ਹੈ। ਫਿਰ ਵੀ ਹਾਂ ਮੈਂ ਤੁਹਾਨੂੰ ਇਹ ਕਹਿੰਦੀ ਆ ਕਿ ਫਿਰ ਵੀ ਬਲਬੀਰ ਜੀ ਔਰ ਸਾਰੇ ਤੁਸੀਂ ਦਰਸ਼ਕ ਕੋਈ ਵੀ ਤੁਹਾਡਾ ਸਵਾਲ ਹੈ ਇੱਕ ਵਾਰ ਫਿਰ ਮੈਨੂੰ ਈਮੇਲ ਕਰੋ। ਤੁਹਾਡੀਆਂ ਸਾਰਿਆਂ ਦੀ ਈਮੇਲਾਂ ਮੈਨੂੰ ਮਿਲਦੀਆਂ, ਉਹਨਾਂ ਨੂੰ ਅਸੀਂ ਪੜ੍ਹਦੇ ਆ, ਉਹਨਾਂ ਨੂੰ ਮੈਂ ਪੁਰਸ਼ੋਤਮ ਅੰਕਲ ਤੱਕ ਪਹੁੰਚਾਨੀ ਆ। ਪਰ ਉਹਨਾਂ ਈਮੇਲਾਂ 'ਚੋਂ ਅਸੀਂ 2 3 4 ਜੋ ਸਾਨੂੰ ਲੱਗਦਾ ਹੈ ਕਿ ਉਹ ਸਾਰਿਆਂ ਦੀ ਮੈਜੋਰਿਟੀ ਇੱਕ ਕਾਮਨ ਸਵਾਲ ਦੀ, ਅਸੀਂ ਉਸ ਨੂੰ ਫਿਰ ਸ਼ਾਮਲ ਕਰਦੇ ਆ। ਸੋ ਅੱਜ ਜ਼ਰੂਰੀ ਲਾਈਕ ਉਹਨਾਂ ਨੇ ਕਿਹਾ ਕਿ ਸਮਾਨ ਆ ਗਿਆ ਹੈ, ਸੋ ਉਹਨਾਂ ਨੇ ਹੁਣ ਮੇਬੀ ਕੱਲ ਨੂੰ ਬਣਾਉਣਾ ਆ। ਠੀਕ ਹੈ, ਫਿਰ ਇਦਾਂ ਕਰਦੇ ਆ ਪੁਰਸ਼ੋਤਮ ਅੰਕਲ ਜੇ ਇਸ ਵਕਤ ਤੁਸੀਂ ਪ੍ਰੋਗਰਾਮ ਵੇਖ ਰਹੇ ਹੋ ਤੇ ਸਾਡੀ ਜਿਹੜੀ ਭੈਣ ਹੈਗੀ ਆ, ਕਿਉਂਕਿ ਮੈਨੂੰ ਯਾਦ ਹੈ ਕਿ ਤੁਹਾਡਾ ਨੰਬਰ ਉਹਨਾਂ ਤੱਕ ਮੈਂ ਪਹੁੰਚਾਤਾ ਸੀਗਾ ਤੇ ਉਹਨਾਂ ਨੇ ਸ਼ਾਇਦ ਤੁਹਾਡੇ ਨਾਲ ਗੱਲ ਵੀ ਕੀਤੀ ਹੈ। ਸੋ ਇੱਕ ਵਾਰੀ ਆਪਣਾ ਨਾਮ ਤੁਸੀਂ ਦੱਸ ਦਿਓ, ਕੀ ਨਾਮ ਹੈ? ਬਲਬੀਰ ਹੈ ਨਾ? ਬਲਬੀਰ ਜੋਹਲ, ਹਾਂਜੀ ਠੀਕ ਹੈ। ਹਾਂਜੀ ਬਲਬੀਰ ਜੀ ਨੂੰ ਇੱਕ ਵਾਰੀ ਫਿਰ ਫੋਨ ਕਰ ਲੈਣਾ। ਔਰ ਬਲਬੀਰ ਜੀ ਤੁਸੀਂ ਮੈਨੂੰ ਆਪਣਾ ਨੰਬਰ ਜਿਹੜਾ ਹੁਣ ਲਿਖਾਣਾ ਚਾਹੁੰਦੇ ਹੋ ਤੇ ਲਿਖਾ ਦਿਓ ਕਿ ਪੁਰਸ਼ੋਤਮ ਅੰਕਲ ਵੀ ਨੋਟ ਕਰ ਲੈਣਗੇ ਦੁਬਾਰਾ। ਹਾਂਜੀ ਲਿਖਾ ਦਿੰਦੀ 403 ਹਾਂਜੀ 590 ਹਾਂਜੀ 7074 7074 403 590 7074 ਠੀਕ ਹੈ। ਹਾਂਜੀ ਤੇ ਦੂਜਾ ਜੀ ਸਾਨੂੰ ਚੀਨੀ ਦਾ ਮਰਦਵਾਨ ਕਿਤੇ ਨਹੀਂ ਮਿਲ ਰਿਹਾ ਜੀ। ਉਹ ਮੇਰੇ ਬ੍ਰਦਰ ਨੇ ਜਲੰਧਰ ਕਪੂਰਥਲੇ ਸਾਰੇ ਪਤਾ ਕੀਤਾ ਹੈ। ਉਹ ਸੱਚੀ ਕਿਸੇ ਨੇ ਕਿਹਾ ਹੈ ਕਿ ਮੰਗਵਾ ਦਾਂਗੇ, ਕਹਿੰਦੇ ਬਿਫੋਰ 10 ਇਅਰਸ ਉਹ ਸਾਰੇ ਯੂਜ਼ ਕਰਦੇ ਸੀ, ਮੋਸਟਲੀ ਅੱਜ ਕੱਲ ਕਿਤੇ ਨਹੀਂ ਆਉਂਦਾ ਹੈਗਾ। ਓਹੋ ਅਸੀਂ ਲਿਆਏ ਹੈ ਨਾ, ਹੁਣ ਬਣਨੇ ਸ਼ੁਰੂ ਹੋ ਜਾਣਗੇ ਚੀਨੀ ਦੇ ਮਰਤਬਾਨ ਵੀ, ਦੇਖਣਾ ਤੁਸੀਂ ਹੁਣ ਬਣਨੇ ਸ਼ੁਰੂ ਹੋਣਗੇ। ਹੁਣ ਉਹ ਕਹਿ ਰਹੇ ਕਿ ਜਾਂ ਅਸੀਂ ਮੋਗੇ ਤੋਂ ਮੰਗਵਾ ਕੇ ਦਿੰਨੇ ਆ। ਉਹਨਾਂ ਨੂੰ ਕਹੋ ਦਿਓ ਮੰਗਵਾ ਕੇ ਜੀ, ਹੁਣ ਤੇ ਡਿਮਾਂਡ ਵਧਣ ਵਾਲੀ ਹੈ। ਲੋਕੀ ਬਿਮਾਰੀਆਂ ਤੋਂ ਕਿੰਨੇ ਪਰੇਸ਼ਾਨ ਨੇ ਤੇ ਸ਼ੁਕਰ ਹੈ ਸਾਨੂੰ ਕੋਈ ਦੇਸੀ ਨੁਕਤਾ ਮਿਲਿਆ ਤੇ ਅਸੀਂ ਉਸ ਨੂੰ ਬਣਾਉਣ ਲੱਗੇ ਆ। ਹਾਂ ਤੇ ਕੋਈ ਗੱਲ ਨਹੀਂ, ਤੁਸੀਂ ਮੈਨੂੰ ਥੋੜੀ ਜਿਹੀ ਹੈਰਾਨਗੀ ਹੈ ਕਿ ਮਰਤਬਾਨ ਹੁਣ ਕਿਉਂ ਨਹੀਂ ਮਿਲ ਰਹੇ ਜਾਂ ਵਿਕਣੇ ਜਾਂ ਬਣਨੇ ਬੰਦ ਹੋ ਗਏ ਨੇ, ਪਰ ਕਿਤੇ ਨਾ ਕਿਤੇ ਕਿਸੇ ਨੂੰ ਵੀ ਪਤਾ ਹੋਵੇ ਪਛੜੇ ਇਲਾਕੇ ਆ ਜਿੱਦਾਂ ਮੋਗੇ ਵਾਲੇ ਆ ਜਾਂ ਕਿਤੇ ਹੋਰ ਜਿੱਦਾਂ ਪਿੰਡ ਹੈਗੇ ਉਹਨਾਂ 'ਚ ਲੋਕੀ ਕਹਿੰਦੇ ਜੇ ਅਚਾਰ ਵਗੈਰਾ ਪਾਉਂਦੇ ਆ, ਹਾਂਜੀ ਮੋਸਟਲੀ ਅੱਜ ਕੱਲ ਯੂਜ਼ ਨਹੀਂ ਕਰਦੇ ਹੈਗੇ। ਯੂਜ਼ ਨਹੀਂ ਕਰਦੇ। ਬੜੇ ਦੁਨੀਆ ਜਹਾਨ ਦੇ ਅਚਾਰ ਆਏ ਹੋਏ ਆ ਡੱਬਿਆਂ 'ਚ ਬੰਦ, ਤੇ ਕੌਣ ਮਰਤਬਾਨਾਂ 'ਚ ਅਚਾਰ ਬਣਾਏਗਾ ਜੀ ਹੁਣ, ਹੈ ਨਾ? ਕਹਿ ਰਹੇ ਸੀ ਪਰ ਕਹਿੰਦਾ ਮੈਨੂੰ ਕਿਹਾ ਹੈ ਕਿ ਚਾਹੇ ਡਬਲ ਪ੍ਰਾਈਸ ਲੈ ਲਓ, ਕੋਈ ਗੱਲ ਨਹੀਂ ਮੰਗਵਾ ਦਿਓ। ਹੁਣ ਉਹ ਕਹਿੰਦੇ ਸੀ ਮੰਗਵਾ ਦਾਂਗੇ। ਉੱਥੇ ਜ਼ਰਾ ਦੱਸੋ ਨਾ ਕਿ ਗੈਟ ਪੰਜਾਬੀ ਤੇ ਲਾਈਵ ਪ੍ਰੋਗਰਾਮ ਤੇ ਪੁਰਸ਼ੋਤਮ ਜੀ ਆਂਦੇ ਆ ਤੇ ਇਵੇਂ ਕਰਕੇ ਤੇ ਸਾਰਿਆਂ ਨੂੰ ਸਗੋਂ ਲਿੰਕ ਵੀ ਦਿਓ ਕਿ YouTube ਤੇ ਗੈਟ ਪੰਜਾਬੀ ਟੀਵੀ ਤੇ ਕਿਸੇ ਨੂੰ ਕੋਈ ਨੁਕਤੇ ਦੀ ਜ਼ਰੂਰਤ ਹੈ ਤੇ ਆਪੇ ਉਹਦੇ 'ਚ ਚੈੱਕ ਕਰ ਲੈਣ ਸਾਰੇ। ਹਾਂਜੀ ਮੋਸਟਲੀ ਆਈ ਵਿਲ ਟਰਾਈ ਫॉर दैट ਜੀ। ਥੈਂਕ ਯੂ ਸੋ ਮਚ। ਚਲੋ ਫਿਰ ਪੁਰਸ਼ੋਤਮ ਅੰਕਲ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ? ਹਾਂਜੀ ਪਲੀਜ਼ ਜੀ, ਫਿਰ ਸਾਰਾ ਸਮਾਨ ਨਹੀਂ ਤਾਂ ਖਰਾਬ ਹੋ ਜਾਣਾ। ਅੰਕਲ ਜੀ ਨੂੰ ਪਲੀਜ਼ ਪਰਸਨਲੀ ਕਹਿ ਦਿਓ ਇੱਕ ਵਾਰੀ ਕਾਲ ਕਰ ਲੈਣ। ਚਲੋ ਠੀਕ ਹੈ ਮੈਂ ਨੰਬਰ ਨੋਟ ਕਰ ਲਿੱਤਾ ਹੈ। ਬਹੁਤ ਬਹੁਤ ਸ਼ੁਕਰੀਆ। ਓਕੇ ਜੀ ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ। ਅਮਰਜੀਤ ਭੈਣ ਜੀ ਕਿੱਦਾਂ, ਠੀਕ ਹੋ? ਪਹਿਲਾਂ ਤਾਂ ਮੈਂ ਤੁਸੀਂ ਸੋਹਣੇ ਬੜੇ ਲੱਗਣ ਤਾਂ ਹੀ ਫੋਨ ਕੀਤਾ ਹੈ। ਹਮੇਸ਼ਾ ਤੁਸੀਂ ਨਾ, ਮੈਂ ਸੋਚਦੀ ਹੁੰਦੀ ਹਾਂ ਮੈਂ ਕਿ ਸ਼ਾਇਦ ਅਗਲੀ ਕਾਲ ਤੁਹਾਡੀ ਹੋਣੀ ਹੈ। ਇੰਨੀ ਬਰੀਕੀ ਦੇ ਨਾਲ ਜਿਹੜਾ ਨੋਟ ਕਰਨ ਵਾਲੇ ਬੈਠੇ ਹੋ ਨਾ ਤੁਸੀਂ ਸਾਰੇ, ਸੋਚਣਾ ਪੈਂਦਾ ਕਿ ਹੁਣ ਨੈਕਸਟ ਟਾਈਮ ਜੋ ਹੈ ਸਾਰੇ ਦਰਸ਼ਕ ਦੇਖ ਰਹੇ ਹੋਣੇ ਆ ਕਿ ਕਿਸ ਤਰ੍ਹਾਂ ਤਿਆਰ ਹੋਇਆ ਕਿਸ ਤਰ੍ਹਾਂ ਨਹੀਂ। ਸੋ ਤੁਹਾਡੇ ਘਰ ਕੀ ਹੈ ਭੈਣ ਜੀ, 1 ਘੰਟੇ ਦਾ ਪ੍ਰੋਗਰਾਮ ਹੁੰਦਾ ਹੈ, ਬਹੁਤ ਵਧੀਆ ਲੱਗਦਾ ਹੈ। ਪੰਜਾਬੀ ਟੀਵੀ ਹੈ, ਉਸ ਤੇ ਗੱਲ ਕਰ ਰਹੇ ਆ, ਚਲੋ ਬੱਚੇ ਵੇਖਦੇ ਆ, ਬਜ਼ੁਰਗ ਵੇਖਦੇ ਆ, ਬੜੀ ਹੌਸਲਾ ਅਫਜ਼ਾਈ ਹੁੰਦੀ ਹੈ ਜਦੋਂ ਤਾਰੀਫ ਕਰਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਦੱਸੋ ਤੁਸੀਂ ਦੱਸੋ, ਪੈਸੇ ਜਿਹੜੇ ਆ ਦੇਣੇ ਸੌਖੇ ਮੰਗਣੇ ਔਖੇ? ਮੈਂ ਨਹੀਂ ਕਿਸੇ ਨੂੰ ਦਿੱਤੇ, ਮੇਰਾ ਘਰ ਬੜਾ ਜੂ ਦਿੰਦਾ ਹੈਗਾ ਆ। ਅੱਛਾ, ਹੁਣ ਮਤਲਬ ਉਹਨਾਂ ਨੂੰ ਨਹੀਂ ਵੀ ਮਿਲਦੇ, ਨਹੀਂ ਵੀ ਮੋੜਦੇ, ਲੋਕੀ ਫਿਰ ਵੀ ਦਿੰਦੇ ਆ? ਇਸ ਵਾਰ ਇੰਡੀਆ ਚ ਅਸੀਂ ਨੇ ਆਪਣੇ ਭੂਆ ਦੇ ਮੁੰਡੇ ਨੂੰ 30,000 ਰੁਪਇਆ ਦਿੱਤਾ ਸੀ ਅੱਜ ਤੋਂ 15 ਸਾਲ ਪਹਿਲਾਂ। ਅੱਛਾ, ਤੇ ਉਹਦਾ 1 ਪੈਸਾ ਨਹੀਂ ਆਇਆ। ਤੇ ਫਿਰ ਤੁਸੀਂ ਅੱਗੋਂ ਗੁੱਸਾ ਨਹੀਂ ਕੀਤਾ ਵੀ ਦਿੱਤੇ ਕਿਉਂ? ਗੁੱਸਾ ਕੀ ਕਰਨਾ ਸੀ, ਉਹ ਬੰਦਾ ਜਿਹੜਾ ਭੂਆ ਦਾ ਮੁੰਡਾ ਸੀ ਉਹ ਸਾਲ ਬਾਅਦ ਮਰ ਗਿਆ, ਵੋਟੀ ਨੇ ਕਦੀ ਨਾਂ ਨਹੀਂ ਲਿਆ। ਇਹ ਇੱਕ ਗੱਲ ਐਡ ਹੋ ਗਈ ਕਿ ਜੇ ਮਾਪਿਓ ਨੇ ਜਾਂ ਦਾਦੇ ਦਾਦੀ ਨੇ ਕਿਸੇ ਨੇ ਪੈਸੇ ਉਧਾਰੀ ਲਿੱਤੇ ਆ ਤੇ ਫਿਰ ਉਹਨਾਂ ਪੈਸਿਆਂ ਦਾ ਹਿਸਾਬ ਕੌਣ ਕਰੇਗਾ? ਅਮਰਜੀਤ ਜੀ ਬੜੀ ਇੱਕ ਇੰਟਰਸਟਿੰਗ ਜਿਹਾ ਸਾਡਾ ਯੂ ਟਰਨ ਆਇਆ ਸਾਡੇ ਅੱਜ ਦੇ ਟੌਪਿਕ ਤੇ, ਸੋ ਇਸ ਬਾਰੇ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ। चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। आ, आ।
खुशबूदार लंबे दाने वाला श्री लाल महल एम्पायर बासमती राइस। दादी वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। शेर व्हाइट होल व्हीट आटा, फाइबर वाला। शेर व्हाइट होल व्हीट आटा, फाइबर वाला। हार्ट एंड स्ट्रोक फाउंडेशन और होल ग्रेन काउंसिल से अप्रूव। आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर व्हाइट होल व्हीट आटा, शेर आटा घर लाओ। सुपना चाहे शानदार कार दा होवे या ऑफिस दा, सच करता है सहारा कंस्ट्रक्शंस, जिथे रेजिडेंशियल, कमर्शियल, न्यू हाउस कंस्ट्रक्शन, मॉडिफिकेशन, फ्रेमिंग, एक्सटेंशन, डॉर्मर, रेनोवेशन, इंटीरियर या एक्सटीरियर हर तरह की सुविधा अवेलेबल है। साडा पता है 25312 85 एवेन्यू, बेलरोज, नाइल 11426। और जानकारी ਲਈ 102 फैमिली कस्टमाइज्ड हाउसेस ਲਈ ਅਤੇ फ्री एस्टीमेट ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕੰਟੈਕਟ ਨੰਬਰ 7188316970 and 7182855945। ਇਹਨਾਂ ਨੰਬਰਸ ਤੇ ਤੁਸੀਂ फ्री एस्टीमेट ਲਈ ਵੀ ਕਾਲ ਕਰ ਸਕਦੇ ਹੋ। शुक्र है लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी! दाल चावल जैसी तो दुनिया में कोई चीज ही नहीं। बस थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस, खास तौर पर डायबिटिक्स के लिए। चलिए अपना जीवन सफल बनाइए, आओ गुरु की काशी चलिए अपना जीवन सफल बनाइए, अपना जीवन सफल बनाइए। अपने देश की सभ्यता, अपने ही लोग, अपनी मातृभूमि आपके पास लाते हुए अपने देश की हर ग्रोसरी आपका अपना बाजार। अपना बाजार, cash and carry with locations in New York and New York. अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी दूध मलाई और मिठास हल्की सी। काजू कतली, बम्बई से लाई? नहीं अंकल जी, शामियाना मिठाई, मेड इन अमेरिका। शामियाना मिठाई, Made pure, made fresh, made here. Jasprit Singh, Attorney at Law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. America's favorite fashion store, Sahil. Visit our showrooms in Chicago and New Jersey or online at www.sahil.com.
ਵੈਲਕਮ ਬੈਕ ਪਿਆਰੇ ਦਰਸ਼ਕੋ। ਅੱਜ ਦਾ ਜੋ ਵਿਸ਼ੇ ਜਿਸ ਤੇ ਅਸੀਂ ਗੱਲ ਕਰ ਰਹੇ ਹੈਗੇ ਆ ਕਿ ਪੈਸੇ ਦੇਣੇ ਸੌਖੇ ਪਰ ਮੰਗਣੇ ਔਖੇ, ਔਰ ਪੈਸੇ ਦੇ ਨਾਲ ਉਹ तमाम ਚੀਜ਼ਾਂ ਛੋਟੀ ਵੱਡੀਆਂ ਜਿਹੜੀ ਪੈਸੇ ਦੇ ਨਾਲ ਖਰੀਦੀਆਂ ਜਾਂਦੀਆਂ ਨੇ, ਜਦੋਂ ਅਸੀਂ ਉਹਨਾਂ ਦਾ ਲੈਣ ਦੇਣ ਕਰਦੇ ਆ ਤੇ ਬੜਾ ਫਰਕ ਪੈ ਜਾਂਦਾ, ਫਿੱਕ ਪੈ ਜਾਂਦੀ ਹੈ। ਬੜੇ ਸਗੇ ਰਿਸ਼ਤਿਆਂ ਦੇ ਵਿੱਚ ਵੀ ਬੜਾ ਫਰਕ ਪੈ ਜਾਂਦਾ, ਕਿਉਂਕਿ ਅਸੀਂ ਦਿਨ ਰਾਤ ਉਸ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਆ। ਭਾਈ ਦੇਖੋ, ਜਦੋਂ ਲੈਣਾ ਸੀਗਾ ਕਿੰਨੇ ਮਿੱਠੇ ਬਣ ਕੇ ਕਿੰਨੀਆਂ ਗੱਲਾਂ ਕਰਕੇ ਸਾਡੇ ਤੋਂ ਚੀਜ਼ ਲੈ ਲਿੱਤੀ, ਪਰ ਉਸ ਤੋਂ ਬਾਅਦ ਨਾਲੇ ਨਾ ਸੱਚ ਨਹੀਂ ਲੋਕੀ ਬੋਲਦੇ ਹੈਗੇ। ਅਮਰਜੀਤ ਭੈਣ ਜੀ ਨਾਲ ਬ੍ਰੇਕ ਤੋਂ ਪਹਿਲੇ ਗੱਲ ਹੋ ਰਹੀ ਸੀਗੀ, ਔਰ ਅਮਰਜੀਤ ਭੈਣ ਜੀ ਨੇ ਕਿਹਾ ਕਿ ਮੇਰੇ ਹਸਬੈਂਡ ਨੂੰ ਵੀ ਜਿਵੇਂ ਉਹ ਦੱਸ ਰਹੇ ਸੀਗੇ ਕਿ 30,000 ਰੁਪਏ ਦਿੱਤੇ। ਉਸ ਤੋਂ ਬਾਅਦ ਕਹਿੰਦੇ ਕਿ ਇੱਕ ਮੁੰਡੇ ਨੇ, ਸਾਡਾ ਗੁਆਂਢੀ ਸੀਗਾ, ਉਸਨੇ ਫੋਨ ਕੀਤਾ ਤੇ ਉਹ ਕਹਿੰਦਾ ਹੈ ਕਿ $1000 ਮੈਨੂੰ ਚਾਹੀਦੇ ਹੈ। ਕਹਿੰਦੇ $1000 ਅਸੀਂ ਉਸ ਨੂੰ ਦੇ ਦਿੱਤਾ। ਚਲੋ ਜੀ, $1000 ਦੇ ਦਿੱਤਾ, ਵੀ ਹੋਣੇ ਆ ਪੈਸੇ। ਉਹਨਾਂ ਨੂੰ ਨਹੀਂ ਇੰਨਾ ਲੱਗਿਆ ਕਿ ਬਹੁਤ ਜ਼ਿਆਦਾ ਹੈਗੇ ਆ, ਜਾਂ ਦੇਖ ਲਈਏ ਜਾਂ ਵੈਰੀਫਾਈ ਕਰ ਲਈਏ, ਚੈੱਕ ਕਰ ਲਈਏ, ਜਾਂਚ ਪੜਤਾਲ ਕਰ ਲਈਏ। ਪਤਾ ਚੱਲਿਆ ਜੀ ਉਹ ਮੁੰਡੇ ਨੂੰ ਜਦੋਂ ਪੈਸੇ ਮੰਗਣ ਦਾ ਟਾਈਮ ਆਇਆ, ਉਹ ਮੁੰਡੇ ਨੇ ਆਪਣਾ फ़ोन ਨੰਬਰ ਬਦਲ ਲਿੱਤਾ। फ़ोन ਨੰਬਰ ਬਦਲ ਲਿੱਤਾ, ਔਰ ਜਿਸ ਬਿਜ਼ਨਸ ਨੂੰ ਉਹ ਸ਼ੁਰੂ ਕਰਨ ਵਾਸਤੇ ਆ, ਜਿਸ ਦੇ ਵਿੱਚ ਉਹ ਪੈਸੇ ਲਾਣ ਬਾਰੇ ਗੱਲ ਕਰ ਰਿਹਾ ਸੀ, ਉਸ ਤਰੀਕੇ ਦਾ ਕੋਈ ਬਿਜ਼ਨਸ ਹੀ ਨਹੀਂ ਸੀਗਾ। ਔਰ ਬਾਅਦ ਵਿੱਚ ਜਾ ਕੇ ਪਤਾ ਚੱਲਿਆ ਕਿ ਉਹ ਪੈਸੇ ਲੈ ਕੇ ਕਿੱਥੇ ਚਲਾ ਗਿਆ, ਔਰ ਇੰਨੇ ਸਾਲ ਹੋ ਗਏ। ਨਤੀਜਾ ਹੁਣ ਗੱਲ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਪੈਸੇ ਕਿਸੇ ਨੂੰ ਦਿੱਤੇ ਆ, ਕਿ ਤੁਸੀਂ ਵੈਰੀਫਾਈ ਕਰਨ ਜਾਓਗੇ, ਕੋਈ ਫਰਕ ਨਹੀਂ ਪੈਂਦਾ ਜੀ। ਤੁਸੀਂ $1000 ਇੱਕ ਵਾਰੀ ਸੋਚ ਕੇ ਦੇਖੋ ਕਿ ਜੇਕਰ ਤੁਹਾਡਾ ਬਿਜ਼ਨਸ ਹੈ, ਤੁਹਾਡੇ EMPLOYEES ਕੰਮ ਕਰਦੇ ਆ, ਕਿਸ ਕਿਸ ਦੀ ਸੈਲਰੀ ਹੈਗੀ ਹੈ, ਕਿਸ ਕਿਸ ਦੀ ਉਹ ਮਿਹਨਤ ਦੀ ਕਮਾਈ ਹੈ, ਤੁਹਾਡੀ ਕਿੰਨੀ ਮਿਹਨਤ ਦੀ ਕਮਾਈ ਹੈ। ਔਰ ਇਸ ਦੇ ਨਾਲ ਇੱਕ ਹੋਰ ਗੱਲ ਜੁੜਦੀ ਹੈ ਕਿ ਜਦੋਂ ਅਸੀਂ ਇੰਡੀਆ ਪੈਸੇ ਭੇਜਦੇ ਹਾਂ, ਪੈਸੇ ਦੀ ਗੱਲ ਹਰ ਜਗ੍ਹਾ ਹਰ ਤਰੀਕੇ ਦੇ ਨਾਲ ਜੁੜਦੀ ਹੈ। ਇੰਡੀਆ ਪੈਸੇ ਭੇਜਦੇ ਹਾਂ, ਬੈਕ ਹੋਮ ਪੈਸੇ ਭੇਜਦੇ ਹਾਂ, ਬੈਕ ਹੋਮ ਕੋਈ ਵੀ ਹੋਏ ਤੁਹਾਡਾ, ਕੀ ਹੁੰਦਾ ਹੈ ਜੀ, ਉੱਥੇ ਤੁਹਾਨੂੰ ਇੱਕ ਲੰਬੀ ਲਿਸਟ ਆ ਜਾਂਦੀ ਹੈ ਕਿ ਪੁੱਤਰ ਫਲਾਂ ਚੀਜ਼ ਹੈਗੀ ਹੈ, ਫਲਾਂ ਕਮੀ ਹੈਗੀ ਹੈ, ਫਲਾਂ ਜ਼ਰੂਰਤ ਹੈਗੀ ਹੈ। ਪੁੱਤਰ ਜਿਹੜਾ ਵਿਚਾਰਾ ਮਿਹਨਤ ਦੀ ਕਮਾਈ ਕਰਕੇ ਆਪਣੇ ਇੱਥੇ ਬੱਚੇ ਨਿਆਣੇ ਸਾਰਾ ਕੁਝ, ਸਾਰੀ ਦੁਨੀਆਦਾਰੀ ਨਿਭਾਉਂਦਾ ਹੈ। ਉਸ ਤੋਂ ਬਾਅਦ ਉੱਥੇ ਬਜ਼ੁਰਗਾਂ ਦੇ ਕਰਕੇ ਉਹਨਾਂ ਦੀ ਕੋਈ ਵੀ ਡਿਮਾਂਡ ਆਉਂਦੀ ਹੈ ਤੇ ਉਸ ਨੂੰ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਬਾਅਦ ਵਿੱਚ ਇੱਕ ਦਿਨ ਪੁੱਤਰ ਜਦੋਂ ਵਾਪਸ ਜਾਂਦਾ ਹੈ ਔਰ ਜਾ ਕੇ ਵੇਖਦਾ ਹੈ ਕਿ ਉੱਥੇ ਤਾਂ ਉਸ ਤਰੀਕੇ ਦੀ ਕੋਈ ਜ਼ਰੂਰਤ ਹੀ ਨਹੀਂ ਸੀਗੀ। ਹੁਣ ਕਰੀਏ ਤੇ ਕਰੀਏ ਕੀ? ਯਕੀਨ ਕਰਨ ਤੋਂ ਪਹਿਲੇ, ਪੈਸੇ ਦੀ ਵਰਤੋਂ ਕਰਨ ਤੋਂ ਪਹਿਲੇ, ਪੈਸੇ ਦਾ ਲੈਣ ਦੇਣ ਕਰਨ ਤੋਂ ਪਹਿਲੇ ਇੱਕ ਵਾਰੀ ਆਪਣੇ ਆਪ ਨੂੰ ਪੁੱਛਣਾ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਇਸ ਦੇ ਮਤਲਬ ਇਹ ਕਰ ਰਹੇ ਹਾਂ ਤੇ ਇਸ ਦੇ ਨਾਲ ਸਾਡੇ ਰਿਸ਼ਤੇ ਨੂੰ ਕਿੰਨਾ ਕੁ ਫਰਕ ਪਏਗਾ, ਜਾਂ ਅਸੀਂ ਉਸ ਦੇ ਲਈ ਤਿਆਰ ਹੈਗੇ ਹਾਂ। ਵੀ ਤਿਆਰ ਹੈਗੇ ਹੋ ਤੇ ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਡੇ ਕੋਲ ਵਾਧੂ ਪੈਸਾ ਹੋਏਗਾ, ਪਰ ਜਿਨ੍ਹਾਂ ਦੀ ਮਿਹਨਤ ਦੀ ਕਮਾਈ ਹੈਗੀ ਆ ਔਰ ਜੋ ਸੋਚਦੇ ਆ ਕਿ ਅਸੀਂ ਰਿਸ਼ਤਿਆਂ ਨੂੰ ਫਰਕ ਨਹੀਂ ਆਉਣ ਦੇਣਾ ਰਿਸ਼ਤਿਆਂ ਦੇ ਵਿੱਚ, ਉਹਨਾਂ ਨੂੰ ਥੋੜਾ ਜਿਹਾ ਖਿਆਲ ਜ਼ਰੂਰ ਕਰਨਾ ਚਾਹੀਦਾ। ਓਕੇ ਜੀ, ਗਿਲ ਆਂਟੀ ਨੇ ਫੋਨ ਕਰਕੇ ਦੱਸਿਆ ਕਿ ਟੋਹਾਣਾ ਵਰਗੀ ਜੋ ਛੋਟੀ ਜਗ੍ਹਾ ਹੈਗੀ ਆ, ਉੱਥੇ ਮਰਤਬਾਨ ਦੇ ਮਰਤਬਾਨ ਪਏ ਨੇ, ਪੂਰੀਆਂ ਮਰਚਾਂ ਹਰ ਦੁਕਾਨ ਤੇ ਮਿਲਦੀਆਂ ਨੇ। ਕਿਰਪਾ ਕਰਕੇ ਪਲੀਜ਼ ਤੁਸੀਂ ਜਾ ਕੇ ਦੁਕਾਨਦਾਰਾਂ ਨੂੰ, ਬੜੇ ਵੱਡੇ ਫੈਂਸੀ ਸਟੋਰਾਂ ਤੇ ਨਾ ਜਾਓ, ਫੈਂਸੀ ਸਟੋਰਾਂ ਤੇ ਹੁਣ ਤੁਹਾਨੂੰ ਮਰਤਬਾਨ ਕਿੱਥੋਂ ਮਿਲਨੇ ਆ। ਸੋ ਤੁਸੀਂ ਉਹ ਦੁਕਾਨਾਂ ਤੇ ਜਾਓ, ਪਤਾ ਕਰੋ, ਤੁਹਾਨੂੰ ਜ਼ਰੂਰ ਮਰਤਬਾਨ ਮਿਲ ਜਾਣਗੇ ਕੱਚ ਦੇ, ਕਿਉਂਕਿ ਪਿੰਡਾਂ ਵਿੱਚ ਹੁਣ ਵੀ ਅਚਾਰ ਘਰਾਂ ਦੇ ਵਿੱਚ ਹੀ ਬਣਾਏ ਜਾਂਦੇ ਆ। ਸੋ ਨੈਕਸਟ ਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਚਾਰੀ ਜੀ। ਹਾਂਜੀ, ਮੈਂ ਬਲਵੀਰ ਕੌਰ ਬੋਲ। ਹਾਂਜੀ, ਕੀ ਹਾਲ ਹੈ ਬਲਵੀਰ ਜੀ? ਹਾਂਜੀ, ਠੀਕ ਠਾਕ। ਹਾਂਜੀ, ਹਾਂ, ਪਿੰਡਾ ਟਲਪੀ। ਹਾਂਜੀ। ਮੈਂ ਚਾਰੀ ਜੀ, ਮੇਰਾ ਫੋਨ ਨਹੀਂ ਲੱਗਦਾ, ਮੈਂ ਬਹੁਤ ਚਿਰ ਹੋ ਗਿਆ ਫੋਨ ਲਾਉਂਦੀ ਨੂੰ। ਮੈਨੂੰ ਨਾ ਮਤਲਬ ਉਮਰ ਤੇ ਮੇਰੀ ਹੈਗੀ ਆ 52 ਸਾਲਾਂ ਦੀ, 52-53 ਜੀ। ਤੇ ਮੈਂ ਡਾਕਟਰ ਕੋ ਵੀ 2-3 ਵਾਰ ਗਈ ਆ, ਤੇ ਮੈਂ ਮਤਲਬ ਨਾ ਮੇਰੇ ਜਿਸ ਤਰ੍ਹਾਂ ਪਹਿਲਾਂ ਰੇਸ਼ਾ ਜਿਹਾ ਬਲਗਮ ਹੋ ਗਈ ਤੇ ਬਲਗਮ ਤੇ ਹਟ ਗਈ ਹੈ, ਤੇ ਮੇਰੇ ਜਿਸ ਤਰ੍ਹਾਂ ਸਾਹ ਦੇ ਨਾਲ ਘਰਾੜੇ ਜੇ ਵੱਜਣੋਂ ਨਹੀਂ ਹਟਦੇ, ਤੇ ਇਹ ਮੈਨੂੰ ਬੜੀ ਪਰੇਸ਼ਾਨੀ ਹੈ। ਓਕੇ ਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅੱਛਾ, ਮੈਂ ਇੱਕ ਗੱਲ ਸੋਚ ਰਹੀ ਹਾਂ, ਜਿਸ ਤਰ੍ਹਾਂ ਘਰੇਲੂ ਨੁਕਤਿਆਂ ਵਾਲੇ ਦਿਨ ਤੁਹਾਡਾ ਫੋਨ ਨਹੀਂ ਮਿਲਦਾ, ਤਾਂ ਹੀ ਕਰਕੇ ਤੁਸੀਂ ਕਿਸੇ ਵੀ ਦਿਨ ਕੋਈ ਵੀ ਗੱਲ ਕਰਦੇ ਹੈਗੇ ਹੋ, 1-1.25 ਮਿੰਟ ਦੀ ਕਾਲ ਜਿਹੜੀ ਹੈ ਮੈਂ ਕੋਸ਼ਿਸ਼ ਕਰਾਂਗੀ ਘਰੇਲੂ ਨੁਕਤਿਆਂ ਦੇ ਵਿੱਚ ਸਾਰਿਆਂ ਦੀ ਅਟੈਂਡ ਕੀਤੀ ਜਾਏ ਔਰ ਗੱਲ ਨੂੰ ਜਿਹੜਾ ਉਹ ਸਾਰਿਆਂ ਦੀ ਗੱਲ ਨੂੰ ਸ਼ਾਮਲ ਕੀਤਾ ਜਾਏ। ਸੋ ਤੁਸੀਂ ਪਲੀਜ਼ ਬੁੱਧਵਾਰ ਦੇ ਦਿਨ ਕੋਸ਼ਿਸ਼ ਕਰੋ, ਕਿਉਂਕਿ ਮੈਂ ਵੀ ਹੁਣ ਘਰੇਲੂ ਨੁਕਤਿਆਂ ਵਾਲੀ ਤੁਰ ਪਵਾਂਗੀ। ਮੈਂ ਵੀ ਕੁਝ ਨਾ ਕੁਝ ਜਿਹੜੀ ਖੰਘ, ਨਜ਼ਲਾ, ਜ਼ੁਕਾਮ ਦੱਸਣ ਲੱਗ ਜਾਂਗੀ, ਔਰ ਜਿਸ ਬਾਰੇ ਮੈਂ ਸੋਚਦੀ ਹਾਂ ਕਿ ਮੈਨੂੰ ਤੁਹਾਡੇ ਸਾਰਿਆਂ ਦੀ ਸਲਾਹ ਚਾਹੀਦੀ, ਫਿਰ ਅਸੀਂ ਉਸ ਤੋਂ ਬਿਲਕੁਲ ਪਿੱਛੇ ਹਟ ਜਾਵਾਂਗੇ। ਸੋ ਪਲੀਜ਼, ਜੇ ਕਾਲ ਨਹੀਂ ਵੀ ਮਿਲਦੀ, ਇੰਤਜ਼ਾਰ ਕਰੋ, ਬੁੱਧਵਾਰ ਦਾ ਦਿਨ ਹੈਗਾ, ਮੈਂ ਕਾਲ ਛੋਟੀ ਲਵਾਂਗੀ ਔਰ ਤੁਹਾਡੇ ਸਾਰਿਆਂ ਦਾ ਫੋਨ ਜਿਹੜਾ ਉਸ ਦੇ ਵਿੱਚ ਸ਼ਾਮਿਲ ਹੋਗਾ। ਔਰ ਵੈਸੇ ਵੀ ਇੱਕੋ ਦਮ ਤੁਹਾਡੀ ਬਿਮਾਰੀਆਂ ਨਹੀਂ ਖਤਮ ਹੋਣਗੀਆਂ,
ਤੁਸੀਂ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ? ਤੁਸੀਂ ਮੈਨੂੰ ਈਮੇਲ ਕਰਦੇ ਹੋ, ਜੇ ਤੁਹਾਨੂੰ ਮੇਰਾ ਜਵਾਬ ਨਹੀਂ ਆਉਂਦਾ ਤੁਸੀਂ ਮੈਨੂੰ ਅੱਗੋਂ ਇੱਕ ਲਾਈਨ ਲਿਖ ਦਿੰਦੇ ਹੋ, ਹਾਂਜੀ ਜਵਾਬ ਨਹੀਂ ਆਇਆ। ਓਹੋ, ਮੈਂ ਕਹਿੰਦੀ ਹਾਂ ਕਿ ਮੈਂ ਇੱਕ ਤਾਂ ਉਸ ਦਾ ਜਵਾਬ ਤੁਹਾਨੂੰ ਨਹੀਂ ਦੇਣਾ। ਜੇ ਤੁਸੀਂ ਪੁਰਸ਼ੋਤਮ ਅੰਕਲ ਨਾਲ ਕੋਈ ਸਲਾਹ ਲੈਣੀ ਹੈ ਤੇ ਉਹ ਹਲੇ ਉਹਨਾਂ ਦਾ ਨੰਬਰ ਨਹੀਂ ਚੱਲ ਰਿਹਾ ਹੈਗਾ, ਜਦੋਂ ਨੰਬਰ ਠੀਕ ਹੋ ਜਾਏਗਾ ਮੈਂ ਜ਼ਰੂਰ ਉਹਨਾਂ ਤੱਕ ਮੈਸੇਜ ਜਿਹੜਾ ਪਹੁੰਚਾ ਦਿਆਂਗੀ। ਓਕੇ ਜੀ, ਨੈਕਸਟ ਕਾਲ। ਆਈ ਹੋਪ ਕਿ ਘਰੇਲੂ ਨੁਕਤਿਆਂ ਦੇ ਨਾਲ ਨਾ ਜੁੜੀ ਹੋਏ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਗੋਗੀ ਬੋਲਦੀ ਆ। ਹਾਂਜੀ ਜੀ, ਕੀ ਹਾਲ ਹੈ? ਤੁਹਾਡਾ ਦੇਖ ਰਹੇ। ਠੀਕ ਹੈ, ਤੁਸੀਂ ਸੁਣਾਓ ਕੀ ਹਾਲ ਹੈ? ਜੀ ਬਿਲਕੁਲ ਠੀਕ। ਹਾਂਜੀ ਹਾਂਜੀ, ਸ਼ੈਰੀ ਜੀ ਤਾਂ ਬੜੇ ਕਾਮ ਡਾਊਨ ਹੋ ਕੇ ਗੱਲ ਕਰਦੇ ਹਰ ਇੱਕ ਦੇ ਨਾਲ ਹੈ। ਅੱਛਾ, ਤੁਸੀਂ ਗੱਲ ਕਰ ਰਹੇ ਸੀਗੇ ਕਿ ਵੀ ਪੈਸੇ ਕਿਸੇ ਨੂੰ ਦੇਣੇ ਚਾਹੀਦੇ ਹੈਗੇ ਆ ਕਿ ਨਹੀਂ ਦੇਣੇ ਚਾਹੀਦੇ। ਪੈਸੇ ਕਈ ਵਾਰੀ ਤੁਹਾਨੂੰ ਮੁਸ਼ਕਲ ਆ ਜੇ ਤੇ ਤੁਸੀਂ ਆਪਣੇ ਘਰਦਿਆਂ ਨੂੰ ਵੀ ਦੇ ਦਿੰਦੇ ਹੋ, ਰਾਈਟ? ਹਾਂਜੀ, ਦੇ ਦਿੰਦੇ ਹੋ। ਸਾਡੇ ਨਾਲ ਮੈਨੂੰ ਥੋੜੀ ਮੁਸ਼ਕਲ ਆ ਗਈ ਤੇ ਮੇਰੇ ਹਸਬੈਂਡ ਦੇ ਮਾਮਾ ਜੀ ਨੂੰ ਪੈਸੇ ਫੜਾ ਦਿੱਤੇ ਅਸੀਂ। ਹਾਂਜੀ, ਤੇ ਪੈਸੇ ਲੈ ਕੇ ਸਾਰੇ। ਹੈਲੋ, ਹਾਂਜੀ ਸੁਣ ਰਹੀ ਹਾਂ ਮੈਂ। ਹਾਂਜੀ ਹਾਂਜੀ, ਤੇ ਪੈਸੇ ਫੜਾ ਦਿੱਤੇ ਸਾਰੇ ਤੇ ਮੁੜ ਕੇ ਕਹਿੰਦੇ ਠੀਕ ਹੈ, ਜਦੋਂ ਨੀਡ ਹੋਈ ਉਦੋਂ ਲੈ ਲੈਣੇ। ਤੇ ਮੁੜ ਕੇ ਅਸੀਂ ਆਲਮੋਸਟ ਸਾਲ ਦੇ ਬਾਅਦ ਪੁੱਛਿਆ ਤੇ ਕਹਿੰਦੇ ਕਿਹੜੇ ਪੈਸੇ ਦਿੱਤੇ ਸੀਗੇ ਤੁਸੀਂ ਮੈਨੂੰ? ਤੇ ਅਸੀਂ ਕਿਹਾ ਵੀ ਸਾਡੇ ਕੋਲ ਵਿਟਨੈਸ ਵੀ ਹੈਗਾ, ਤੁਸੀਂ ਗੁਰਦੁਆਰੇ ਚੱਲੋ। ਤੇ ਕਹਿੰਦੇ ਹੈਗਾ ਮੈਂ ਕਿਸੇ ਗੁਰਦੁਆਰੇ ਨਹੀਂ ਜਾਣਾ ਤੇ ਕੋਈ ਪੈਸਾ ਨਹੀਂ ਤੁਹਾਡਾ ਦੇਣਾ। ਪਰ ਕੀ ਵਜ੍ਹਾ ਇੱਕਦਮ ਇਸ ਤਰ੍ਹਾਂ ਦੀ ਵਜ੍ਹਾ ਕਿ ਉਹਨਾਂ ਨੇ ਮਤਲਬ ਇੰਨਾ? ਉਹ ਬਸ ਉਹਨਾਂ ਨੂੰ ਐ ਹੋ ਗਿਆ ਨਾ ਵੀ ਕੈਸ਼ ਪੈਸੇ ਹੈਗੇ ਆ, ਇਹਨਾਂ ਦਾ ਕੋਈ ਸਬੂਤ ਨਹੀਂ ਹੈ, ਕੁਝ ਨਹੀਂ ਹੈ। ਫਟਾਫਟ ਜਾ ਕੇ ਘਰ ਖਰੀਦ ਲਿਆ, ਕਾਰ ਖਰੀਦ ਲਈ ਤੇ ਉਹ ਸਾਰੇ ਪੈਸੇ ਤੇ ਖਤਮ ਕਰ ਲਏ। ਔਰ ਕਿੰਨੇ ਪੈਸੇ ਸੀਗੇ? ਆਲਮੋਸਟ $2.5 ਲੱਖ ਸੀਗਾ। ਤੁਸੀਂ $2.5 ਲੱਖ ਕੋਈ ਵੀ ਕਾਗਜ਼ੀ ਕਾਰਵਾਈ ਕੀਤੇ ਬਗੈਰ ਉਹਨਾਂ ਨੂੰ ਦਿੱਤਾ, ਸਿਰਫ ਇਸ ਕਰਕੇ ਕਿ ਹੁਣ ਦੇਖੋ ਤੁਸੀਂ ਸੋਚਦਾ ਹੈ ਨਾ ਬੰਦਾ ਵੀ ਘਰ ਦਾ ਬੰਦਾ ਹੈਗਾ ਏ, ਮਾਮਾ ਹੈਗਾ ਏ, ਮੇਰੇ ਹਸਬੈਂਡ ਦਾ ਮਾਮਾ ਮੇਰੇ ਮਾਸੜ ਜੀ ਦਾ ਬਹੁਤ ਪੁਰਾਣਾ ਦੋਸਤ ਹੈਗਾ। ਤੇ ਬੰਦਾ ਕਹਿੰਦਾ ਏਦਾਂ ਦੀਆਂ ਚੀਜ਼ਾਂ ਘਰ ਦੇ ਵਿੱਚ ਤਾਂ ਕੋਈ ਸੋਚ ਹੀ ਨਹੀਂ ਸਕਦਾ ਵੀ ਕਿ ਮੁੱਕਰ ਵੀ ਜਾਏਗਾ ਏਦਾਂ। ਪਰ ਫਿਰ ਤੁਸੀਂ ਮਤਲਬ ਚੰਗੇ ਪੈਸੇ ਵਾਲੇ ਹੋਣੇ ਹੋ ਕਿ ਤੁਹਾਡਾ ਇੰਨਾ ਵੱਡਾ ਨੁਕਸਾਨ ਹੋਇਆ ਤੇ ਹੁਣ ਕੁਝ ਕੀਤਾ ਵੀ ਨਹੀਂ ਗਿਆ, ਮਤਲਬ ਕੀ ਤੁਸੀਂ ਫਿਰ ਕੁਝ ਕਰ ਹੀ ਨਹੀਂ ਸਕਦੇ ਹੈਗੇ। ਤੁਸੀਂ ਇਹ ਦੱਸੋ ਵੀ ਬੰਦਾ ਆਪਣਾ ਸਕਾ ਹੋਵੇ ਤੇ ਕੀ ਕਰ ਸਕਦੇ ਆ ਉਸ ਨੂੰ? ਪਤਾ ਅਸੀਂ ਕੁਝ ਮੇਰੇ ਖਿਆਲ ਤੋਂ ਕੁਝ ਮਹੀਨੇ ਪਹਿਲੇ ਹੀ ਆਪਾਂ ਇਸ ਵਿਸ਼ੇ ਤੇ ਗੱਲ ਕੀਤੀ ਸੀ ਔਰ ਮੈਨੂੰ ਰੰਗੀ ਆਂਟੀ ਦੀ ਯਾਦ ਆ ਰਹੀ ਹੈ। ਰੰਗੀ ਆਂਟੀ ਨੇ ਕਿਹਾ ਸੀ ਭਾਵੇਂ ਘਰ ਦੇ ਵਿੱਚ ਵੀ ਤੁਸੀਂ ਪੈਸੇ ਦਾ ਲੈਣ ਦੇਣ ਕਰਨਾ ਹੈ, ਉਹ ਤੁਸੀਂ ਕਾਗਜ਼ਾਂ ਦੇ ਉੱਪਰ ਕਰੋ, ਕਾਨੂੰਨੀ ਤੌਰ ਤੇ ਕਰੋ, ਬਿਲਕੁਲ ਨਾ ਕਰੋ। ਫਿਰ ਉਦੋਂ ਮੈਨੂੰ ਬੰਦਾ ਕਹਿੰਦਾ ਹੈਗਾ ਵੀ ਘਰ 'ਚ ਹੈਗਾ ਇਹ ਮਾਮਾ ਹੈਗਾ, ਸਕਾ ਮਾਮਾ ਹੈ, ਉਧਰੋਂ ਮੇਰੇ ਮਾਸੜ ਜੀ ਦਾ ਬੜਾ ਅੱਛਾ ਦੋਸਤ ਹੈਗਾ ਏ ਤੇ ਏਦਾਂ ਦੀ ਗੱਲ ਕਿਸ ਤਰ੍ਹਾਂ ਕਰ ਜਾਏਗਾ? ਬੜਾ ਪਿਆਰ ਕਰਦੇ ਸੀ, ਬਹੁਤ ਜ਼ਿਆਦਾ। ਕੋਈ ਵੀ ਕੁਛ ਆਣਾ, ਤੂੰ ਮੇਰੇ ਦੋਸਤ ਦੀ ਕੁੜੀ ਹੈਗੀ ਆ, ਬਰਥਡੇ ਵੀ ਮਨਾਣੇ ਆ, ਸਾਰਾ ਕੁਝ ਕਰਦੇ ਸੀਗੇ। ਤੇ ਜਦੋਂ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਤਾਂ ਫਟਾਫਟ ਜਾ ਕੇ ਨਵਾਂ ਘਰ ਖਰੀਦ ਲਿਆ ਤੇ ਵੀ ਡਿਡਨਟ ਕੇਅਰ, ਕਿਉਂਕਿ ਅਸੀਂ ਬੰਦਾ ਸੋਚਦਾ ਵੀ ਸਾਡੇ ਤਾਂ ਮਾਮਾ ਜੀ ਆ, ਬੜਾ ਪਿਆਰ ਕਰਦੇ ਨੇ। ਬਿਲਕੁਲ ਬਿਲਕੁਲ ਠੀਕ। ਤੇ ਹਾਂ, ਤੇ ਹੁਣ ਤੇ ਬਿਲਕੁਲ ਹੀ ਵੀ ਸਭ ਨੂੰ ਕਹਿੰਦੇ ਹੈਗੇ ਇਹਨੇ ਮੈਨੂੰ ਦਿੱਤਾ ਹੀ ਨਹੀਂ ਸੀ ਪੈਸੇ ਤੇ ਦੇਣੇ ਕਿੱਥੋਂ ਹੈਗੇ? ਜਦੋਂ ਕਹੋ ਤੁਸੀਂ ਗੁਰਦੁਆਰੇ ਜਾ ਕੇ ਇੱਕ ਵਾਰੀ ਕਹਿ ਦੋ ਤੇ ਕਹਿੰਦੇ ਹੈਗੇ ਆ ਕਿਹੜਾ ਗੁਰਦੁਆਰਾ ਹੈਗਾ, ਮੈਂ ਕਿਸੇ ਗੁਰਦੁਆਰੇ ਨੂੰ ਨਹੀਂ ਜਾਣਦਾ। ਤੇ ਮੇਰੇ ਹਸਬੈਂਡ ਕਹਿਣ ਲੱਗੇ ਨਾ ਵੀ ਤੁਸੀਂ ਕੀ ਕਰੋ, ਇੱਕ ਵਾਰੀ ਤੁਸੀਂ ਮੈਨੂੰ ਇਹ ਕਹਿ ਦੋ ਮੈਂ ਤੁਹਾਡਾ ਭਾਂਜਾ ਹੈਗਾ, ਮੈਨੂੰ ਕਹਿ ਦੋ ਵੀ ਪੈਸੇ ਮੇਰੇ ਤੋਂ ਖਰਚ ਹੋ ਗਏ, ਮੈਂ ਮੰਗਾਂਗਾ ਨਹੀਂ ਦੁਬਾਰਾ, ਪਰ ਮੈਨੂੰ ਤੁਸੀਂ ਝੂਠਾ ਨਾ ਪਾਓ ਕਿ ਅਸੀਂ। ਸਹੀ ਗੱਲ ਹੈ, ਹਾਂ, ਕਿਉਂਕਿ ਮਨ ਨੂੰ ਤਸੱਲੀ ਹੋ ਜਾਏਗੀ ਕਿ ਖਰਚ ਹੋ ਗਏ, ਨਹੀਂ ਦਿੱਤੇ ਗਏ, ਇੱਕ ਵਾਰੀ ਸਕੂਨ ਦੇ ਨਾਲ। ਕਹਿੰਦੇ ਮੈਂ ਇਹ ਸੋਚਾਂਗਾ ਵੀ ਜਿੱਥੇ ਮੇਰੇ ਫਾਦਰ ਨੇ ਖਰਚ ਲਏ ਜਾਂ ਮੇਰੇ ਮਾਮੇ ਨੇ ਖਰਚ ਲਏ ਕੋਈ ਗੱਲ ਨਹੀਂ ਹੈ, ਪਰ ਮੇਰੇ ਦਿਲ ਨੂੰ ਇਹ ਹੋ ਜਾਏਗਾ ਕਿ ਮੈਂ ਪੈਸੇ ਦਿੱਤੇ ਸੀ, ਕੋਈ ਗੱਲ ਨਹੀਂ, ਮੈਂ ਵੀ ਮੇਰੇ ਨਾਲੋਂ ਜ਼ਿਆਦਾ ਮੇਰੇ ਮਾਮੇ ਨੂੰ ਜ਼ਰੂਰਤ ਜ਼ਿਆਦਾ ਸੀਗੀ, ਉਸਨੇ ਖਰਚ ਲਏ। ਬਿਲਕੁਲ ਜੀ, ਪਰ ਉਹ ਵੀ ਨਹੀਂ ਕਹਿਣ ਨੂੰ ਤਿਆਰ ਹੁੰਦੇ। ਨਹੀਂ, ਉਹ ਤੇ ਗੁਰਦੁਆਰੇ ਹੀ ਜਾਣ ਨੂੰ ਤਿਆਰ ਨੇ, ਉਹ ਕਹਿੰਦੇ ਗੁਰਦੁਆਰਾ ਚੀਜ਼ ਕੀ ਹੈ। ਓ ਮਾਈ ਗॉड, ਬਿਲਕੁਲ ਇਨਸਾਨੀਅਤ ਖਤਮ ਹੋ ਚੁੱਕੀ ਹੈ, ਬਿਲਕੁਲ ਖਤਮ ਹੋ ਚੁੱਕੀ ਹੈ। ਮੈਂ ਤਾਂ ਇਹ ਜਿੰਨੇ ਵੀ ਭੈਣ ਭਰਾ ਮੇਰੇ ਸੁਣਦੇ ਹੈਗੇ ਨਾ ਇਸ ਕਾਲ ਨੂੰ ਮੇਰੀ ਨੂੰ, ਮੈਂ ਤਾਂ ਇਹ ਕਹਾਂਗੀ ਤੁਸੀਂ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਵੀ ਪੈਸਾ ਆਪਦਾ ਫੜਾਉਣ ਦੀ ਬਜਾਏ ਨਾ ਜੀ ਤੁਸੀਂ ਬਾਹਰ ਧਰਤੀ 'ਚ ਦੱਬ ਦੋ, ਤੁਸੀਂ ਹਵਾ 'ਚ ਉਡਾ ਦੋ, ਪਰ ਦਵੋ ਨਾ ਕਿਸੇ ਨੂੰ, ਦਵੋ ਨਾ ਕਿਸੇ ਨੂੰ।
ਚਲੋ ਬਹੁਤ ਬਹੁਤ ਸ਼ੁਕਰੀਆ, ਇਹ ਥੈਂਕ ਯੂ। ਹੋਏਗਾ ਨਾ ਵੀ ਤੁਹਾਨੂੰ ਵਾਕਈ ਦਿਲ ਨੂੰ ਤਸੱਲੀ ਹੋਏਗੀ। ਹਾਂਜੀ। ਮੇਰੇ ਸੀ ਮੈਂ ਉਡਾਪੇ ਨੇ, ਮੈਂ ਉਡਾ, ਠੀਕ ਹੈ ਨਾ। ਵਾਕਈ ਹਾਂ, ਜਾਂ ਤੁਸੀਂ ਕਿਸ ਗੁਰਦੁਆਰੇ ਜਾ ਕੇ ਮੱਥਾ ਟੇਕ ਆਓ। ਹਾਂ, ਕੋਈ ਧਰਮ ਦਾ ਕੰਮ ਕਰ ਲਓ ਤੁਸੀਂ। ਚੰਗਾ ਤੇ ਮੈਂ ਕਹਿੰਦੀ ਆ ਫਰੈਂਡਸ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਧੀਆ ਤੁਹਾਨੂੰ ਸਪੋਰਟ ਕਰਦੇ ਨੇ। ਬਿਲਕੁਲ ਕਰਦੇ ਆ ਫਰੈਂਡਸ, ਬਹੁਤ ਜੇ ਚੰਗੇ ਹੋਣ ਤੇ ਉਹਨਾਂ ਵਰਗੀ ਕੋਈ ਰੀਸ ਨਹੀਂ ਹੈ। ਹਾਂ, ਉਹਨਾਂ ਵਰਗਾ ਕੋਈ ਨਹੀਂ ਹੈਗਾ। ਆਈ ਥਿੰਕ ਜਿਹੜੇ ਰਿਸ਼ਤੇਦਾਰ ਹੈਗੇ ਨਾ ਅੱਜ ਕੱਲ ਕਲਯੁਗ ਦੇ ਜਵਾਨੇ ਦੇ ਵਿੱਚ ਜਿਹੜਾ ਫਰੈਂਡ ਹੈਗਾ ਉਹ ਤੁਹਾਡਾ ਥੋੜੀ ਜੀ ਸ਼ਰਮ ਮੰਨੇਗਾ ਵੀ ਮੈਨੂੰ ਛੱਡ ਗਿਆ ਤੇ ਦੁਬਾਰਾ ਮੇਰਾ ਦੋਸਤ ਨਹੀਂ ਬਣੇਗਾ, ਪਰ ਜਿਹੜੇ ਰਿਸ਼ਤੇਦਾਰ ਹੈਗੇ ਆ ਇਹ ਕਹਿੰਦੇ ਹੈਗੇ ਆ ਵੀ ਕੀ ਕਰ ਲਓਗੇ ਸਾਡਾ। ਓਕੇ ਬਲਬੀਰ ਜੀ, ਬਹੁਤ ਸੈਡ ਸਟੋਰੀ ਹੈ, ਮਨ ਨੂੰ ਬਹੁਤ ਦੁੱਖ ਹੋਇਆ, ਰੱਬ ਕਰੇ ਨਾ ਹੋਏ। ਔਰ ਜੇ ਅੱਗੇ ਕੁਝ ਤੁਸੀਂ ਪੈਸੇ ਦੇ ਲੈਣ ਦੇਣ ਬਾਰੇ ਸੋਚ ਰਹੇ ਹੈਗੇ ਹੋ ਤੇ ਤੁਹਾਨੂੰ ਥੋੜਾ ਜਿਹਾ ਆਪਣੇ ਬਾਰੇ ਆਪਣੇ ਮਨ ਵਿੱਚ ਇੱਕ ਵਿਚਾਰ ਜ਼ਰੂਰ ਕਰਨਾ ਪਏਗਾ ਕਿ ਅਸੀਂ ਠੀਕ ਕਰ ਰਹੇ ਹਾਂ ਜਾਂ ਅਸੀਂ ਠੀਕ ਨਹੀਂ ਕਰ ਰਹੇ। ਸੋ ਪਿਆਰੇ ਦਰਸ਼ਕੋ, ਗੱਲਾਂ ਬਾਤਾਂ ਹੋਰ ਹੈਗੀਆਂ, ਇੱਕ ਛੋਟਾ ਜਿਹਾ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪੱਪੂ ਸਵੀਟਸ, ਵਾਹ ਬਈ ਵਾਹ। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ 399 a pound. Always fresh buffet. Sitting capacity for 50 people. Occasion चाहे कोई भी होवे, याद रखो पप्पू Sweets. For more information, call Puppu Sweets. We are located at major intersection, William Parkway, Cressler Drive. ਮਿਸਟਿਕ ਬ੍ਰੋਕਰੇਜ ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ। ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲਿਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 7183497610 ਤੇ। ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ। ਕੁਨਾਲ ਜੁਐਲਰ ਦੇ ਗਹਿਣੇ, ਵਾਹ ਪਈ ਵਾਹ ਕਿਆ ਕਹਿਣੇ। ਗਹਿਣਿਆਂ ਨਾਲ ਭਰ ਲੈ ਜਾਓ, ਘਰ ਵਾਲੀ ਨੂੰ ਹੂਰ ਬਣਾਓ। ਕੁਨਾਲ ਜੁਐਲਰ ਤੇ ਆਓ, ਗਹਿਣਿਆਂ ਨਾਲ ਸੱਜ ਧੱਜ ਕੇ ਬਾਗੋ ਬਾਗ ਹੋ ਜਾਓ। ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ, ਚੇਨ, ਕੋਇਨਸ, ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। ਯਾਦ ਰੱਖੋ ਕੁਨਾਲ ਜੁਐਲਰ 37-08 74 Street, Jackson Heights, New York. ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ furniture ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. Hey, you good and juicy, hard drop, fresh you see.
No sugar, no sugar. Pressure. शुक्र है, लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी! दाल चावल जैसी तो दुनिया में कोई चीज ही नहीं। बस थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस, खास तौर पर डायबिटिक्स के लिए। पैसे देने सौखे मंगने औखे ਅੱਜ ਦਾ ਵਿਸ਼ੇ ਔਰ ਇਸ ਦੇ ਚਲਦੇ ਬੜੇ ਦਰਸ਼ਕ ਜਿਹੜੇ ਆਪਣੀ ਆਪਣੀ ਸਲਾਹ ਦੇ ਰਹੇ ਹੈਗੇ ਆ ਔਰ ਉਸ ਦੇ ਚਲਦੇ ਇੱਕ ਸਾਡੀ ਭੈਣ ਸਾਡੇ ਨਾਲ ਜੁੜੀ ਹੈ ਔਰ ਦੇਖਦੇ ਆ ਕੀ ਕਹਿ ਰਹੇ ਆ। ਹਾਂਜੀ ਤੁਸੀਂ ਕੁਝ ਕਹਿ ਰਹੇ ਸੀਗੇ 20000 ਰੁਪਏ ਦਿੱਤੇ ਸੀਗੇ ਫਿਰ ਜਦੋਂ ਇੱਥੇ ਆ ਗਏ ਤੁਹਾਡੇ ਨਾਲ ਰਹੇ ਫਿਰ ਕੀ ਹੋਇਆ ਉਸ ਤੋਂ ਬਾਅਦ? ਫਿਰ ਉਹਨਾਂ ਨੇ ਨਾ ਵੀ ਮੈਂ ਕਿਹਾ ਤੁਸੀਂ ਗਰੋਸਰੀ ਦਾ ਵੀ ਖਰਚਾ ਦਿਆ ਕਰੋ। ਠੀਕ ਹੈ। ਹਾਂਜੀ ਉਹਨਾਂ ਨੇ ਸਾਨੂੰ ਜਿਵੇਂ ਵੀਕ ਦਾ ਹੁਣ ਮੇਰੇ ਵੀ ਉਹਨਾਂ ਦੀ ਵੀ ਫੈਮਿਲੀ ਸੀ 1000 ਰੁਪਇਆ ਮਹੀਨੇ ਦਾ ਬਣਿਆ ਉਹਨਾਂ ਸਾਨੂੰ ਪੈਸੇ ਦਿੱਤੇ ਨਾ। ਅੱਛਾ ਦਿੱਤੇ ਓਕੇ। ਕਿਸੇ ਨੂੰ ਉਹਨਾਂ ਨੇ ਪਾਰਟੀ ਤੋਂ ਉਹਨਾਂ ਨੂੰ ਸੱਦਿਆ ਉਹਨਾਂ ਦੇ ਘਰ ਚਲੇ ਗਏ ਤੇ ਮੈਂ ਰਾਤ ਨੂੰ ਕੰਮ ਤੇ ਚਲੀ ਗਈ ਤੇ ਤੜਕੋਂ ਜਦੋਂ ਮੈਂ ਕੰਮ ਤੇ ਘਰੇ ਰੌਲਾ ਪੈ ਗਿਆ। ਕਿਸ ਗੱਲ ਤੋਂ? ਅਸੀਂ ਰਹਿਣਾ ਨਹੀਂ ਸਾਨੂੰ ਪਤਾ ਨਹੀਂ ਅਸੀਂ ਅੱਡ ਰਹਿਣਾ। ਤੁਸੀਂ ਇਹ ਦੇਖੋ ਵੀ ਕਿੰਨਾ ਬੰਦੇ ਤੇ ਆਪਾਂ ਪੈਸਾ ਖਰਚ ਕਰਕੇ ਉਹਨੂੰ ਅਮਰੀਕਾ ਵਿੱਚ ਸਾਦੇ ਆ। ਜੀ ਜਦੋਂ ਬੰਦਾ ਇੱਕਦਮ ਇੱਥੇ ਆ ਜਾਂਦਾ ਨਾ ਮੈਂ ਇਹੀ ਗੱਲ ਕਹਿੰਨੀ ਆ ਜੇ ਕਰਨਾ ਕਿਸੇ ਦਾ ਪੇਪਰ ਅਪਲਾਈ ਭੈਣ ਭਰਾਵਾਂ ਨੇ ਕਰਨੇ ਆ ਪਹਿਲਾਂ ਉਹਨਾਂ ਇੰਡੀਆ ਤੋਂ ਪੈਸੇ ਲਓ। ਕਿਉਂ ਮੇਰੇ ਹਸਬੈਂਡ ਨੇ ਇੰਨੇ ਉਹਨਾਂ ਨੂੰ ਇੰਡੀਆ ਪੈਸੇ ਦਿੱਤੇ ਇੰਨੇ ਉਹਨਾਂ ਤੇ ਪੈਸੇ ਲਾਏ। ਮੇਰੇ ਹਸਬੈਂਡ ਨੂੰ ਇੰਡੀਆ ਗੱਡੀਆਂ ਵੀ ਲੈ ਕੇ ਦਿੱਤੀਆਂ ਘਰ ਵੀ ਪਵਾ ਕੇ ਦਿੱਤੇ। ਪਰ ਮੈਂ ਕਹਿੰਦੀ ਆ ਪਲੀਜ਼ ਕੋਈ ਵੀ ਭੈਣ ਭਰਾ ਕਿਸੇ ਨੂੰ ਪੈਸਾ ਦਿਓ ਨਾ। ਮੈਨੂੰ 10 ਸਾਲ ਹੋ ਗਏ ਅਮਰੀਕਾ ਵਿੱਚ ਆਏ ਨੂੰ ਮੈਂ ਇੰਡੀਆ ਵੀ ਨਹੀਂ ਗਈ। ਅੱਛਾ ਹਾਂਜੀ ਮੇਰੀ ਫੈਮਿਲੀ ਹੈ ਇੰਡੀਆ ਜੀ। ਮੇਰੇ ਹਸਬੈਂਡ ਦੀ ਮੈਂ ਇੱਥੇ ਮੇਰੇ ਹਸਬੈਂਡ ਦੀ ਭੈਣ ਆਈ ਸੀ ਇੱਥੇ ਜਿਨ੍ਹਾਂ ਦੇ ਅਸੀਂ ਇੰਨਾ ਕੀਤਾ। ਮੈਂ ਇਹੀ ਗੱਲ ਕਹਿੰਦੀ ਆ ਹੱਥ ਬੰਨ ਕੇ ਵੀਰਾਂ ਭੈਣਾਂ ਦੇ ਬੇਨਤੀ ਕਰਨੀ ਕਿਸੇ ਅਪਲਾਈ ਕਰਨਾ ਇੰਡੀਆ ਤੋਂ ਪੈਸੇ ਮੰਗੋ ਉਹਨਾਂ ਤੋਂ। ਇੱਥੇ ਆ ਕੇ ਮੁਸ਼ਕਲ ਹੈ ਉਹਨਾਂ ਤੋਂ ਲੈਣੇ। ਦਿੰਦੇ ਨਹੀਂ ਕਹਿ ਦਿੰਦੇ ਕਿਹੜੇ ਪੈਸੇ ਆ ਕਦੋਂ ਪੈਸੇ ਆ ਜੇ ਉਹਨਾਂ ਨਾਲ ਗੱਲ ਕਰਦੇ ਆ ਮੂਹਰੋਂ ਬੋਲਦੇ ਕਿਹੜੇ ਪੈਸੇ ਆ। ਉਹਨਾਂ ਨੂੰ ਲੱਗਦਾ ਇੱਥੇ ਆ ਕੇ ਵੀ ਇਹ ਤਾਂ ਇੱਥੇ ਰਹਿੰਦੇ ਹੈਗੇ ਇਹਨਾਂ ਦੇ ਤੇ ਸਰੀ ਜਾਂਦਾ ਤਾਂ ਆਪਾਂ ਹੁਣ ਆਪਣਾ ਕੰਮ ਚਲਾਈਏ। ਪਰ ਇੰਡੀਆ ਜਦੋਂ ਲੋਕ ਨਵੇਂ ਆਉਂਦੇ ਆ ਸ਼ਹਿਰੀ ਉਹਨਾਂ ਨੂੰ ਇਹ ਹੁੰਦਾ ਇਹਨਾਂ ਕੋਲੇ ਘਰ ਆ ਇਹਨਾਂ ਕੋਲੇ ਗੱਡੀਆਂ ਲੋਕੀ ਇਹ ਨਹੀਂ ਸੋਚਦੇ ਜਿਹੜੇ ਇੱਥੇ ਆਪਾਂ ਤੁਸੀਂ ਵੀ ਕੰਮ ਕਰਦੇ ਆ ਉਹਦੇ ਬੱਚੇ ਛੱਡ ਕੇ ਸ਼ਹਿਰੀ ਕਰਕੇ ਛੱਡ ਕੇ ਆਉਂਦੇ ਆ ਰੋਂਦੇ ਨੂੰ ਛੱਡ ਕੇ ਆਉਂਦੇ ਨਾ। ਬਿਲਕੁਲ ਠੀਕ ਹੈ। ਹਾਂਜੀ ਮੈਂ ਸੱਚੀ ਗੱਲ ਆ ਮੇਰੀ ਕੁੜੀ 1 ਮਹੀਨੇ ਦੀ ਸੀ ਜਦੋਂ ਮੈਂ ਕੰਮ ਤੇ ਬਾਹਰ ਜਾਣ ਲੱਗ ਗਈ ਸੀ। 1 ਮਹੀਨੇ ਦਾ ਮੇਰਾ ਮੁੰਡਾ ਜਦੋਂ ਮੈਂ ਬਾਹਰ ਕੰਮ ਤੇ ਜਾਣ ਲੱਗੀ ਸੀ। ਜੀ ਬਿਲਕੁਲ ਠੀਕ ਜੀ 10 ਸਾਲ ਹੋ ਗਏ ਮੈਂ ਇੱਕ ਦਿਨ ਛੁੱਟੀ ਕਰਕੇ ਨਹੀਂ ਵੇਖੀ 7 ਦਿਨ 12 ਘੰਟੇ ਕੰਮ ਕਰਦੀ ਸੀ। ਭੈਣ ਭਾਈ ਆਊਗਾ ਨਾ ਆਖਰ ਮੈਂ ਇਹੀ ਬੇਨਤੀ ਕਰਦੀ ਆ ਭੈਣ ਭਰਾਵਾਂ ਮੂਹਰੇ ਕਿ ਜੇ ਤੁਸੀਂ ਪੇਪਰ ਅਪਲਾਈ ਕਰਨੇ ਇੰਡੀਆ ਤੋਂ ਪੈਸੇ ਲਓ ਨਹੀਂ ਪੇਪਰ ਅਪਲਾਈ ਨਾ ਕਰੋ। ਨਹੀਂ ਕਰੋ ਠੀਕ ਗੱਲ ਹੈ ਬਿਲਕੁਲ ਲੈਣ ਦੇਣ ਬਿਲਕੁਲ ਇਹੀ ਬੇਨਤੀ ਬਣ ਕੇ ਕਲੀਅਰ ਰੱਖੋ ਕਿਸੇ ਨੂੰ ਪੈਸੇ ਨਾ ਦਿਓ ਦੇਣੇ ਆ ਤੁਸੀਂ ਕਹੇ ਪੇਪਰ ਵਰਕ ਕਰੋ ਠੀਕ ਹੈ। ਪੇਪਰ ਵਰਕ ਆਪਾਂ ਕਰਦੇ ਨਹੀਂ ਭੈਣ ਭਰਾ ਮੁੜ ਕੇ ਅਲਾ ਕਹਿੰਦੇ ਕਿਹੜੇ ਪੈਸੇ ਆ ਵਾਕਈ ਔਰ ਰਿਸ਼ਤੇ ਖਰਾਬ ਹੋ ਜਾਂਦੇ ਆ ਜ਼ਿੰਦਗੀ ਭਰ ਦੇ ਲਈ ਔਰ ਅਸੀਂ ਉਸ ਦਰਦ ਦੇ ਨਾਲ ਪੂਰੀ ਜ਼ਿੰਦਗੀ ਰਹਿੰਦੇ ਆ। ਪਤਾ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਸੋਚ ਕੇ। ਮੇਰਾ ਹਸਬੈਂਡ ਰਾਤ ਨੂੰ ਸੌਂਦਾ ਨਹੀਂ ਇੰਨੀ ਟੈਨਸ਼ਨ ਵਿੱਚ ਆ। ਮੇਰੇ ਬੱਚੇ ਨਾ ਬੱਚੇ ਇਹ ਸੋਚਦੇ ਟੀਚਿੰਗ ਕਰਦੇ ਛੋਟੇ ਨੂੰ ਤੁਸੀਂ ਪੈਸੇ ਦਿੰਦੇ ਸੀ ਨਾ ਦੱਸੋ ਵੀ ਕੀ ਬੰਦਾ ਕਿਸੇ ਨੂੰ ਇਹੀ ਗੱਲ ਕਹਿੰਦੀ ਹੈ ਕਿਸੇ ਨੂੰ ਪੈਸੇ ਦਿਓ ਨਾ। ਮੇਰੇ ਰੀਜਨ ਨਾਲ ਜਿਹੜੀ ਮੇਰੀ ਫੈਮਿਲੀ ਨਾਲ ਮੈਂ ਆਪਦੇ ਭਰਾਵਾਂ ਨੂੰ ਤੋੜ ਕੇ ਜਵਾਬ ਦਿੰਦੀ ਆ ਪੈਸੇ ਹੈ ਨਹੀਂ ਠੀਕ ਹੈ ਬਿਲਕੁਲ ਠੀਕ ਹੈ। ਕਹੋਗੇ ਫੇਰੀ ਨਾ ਦੇਖੋ ਪੈਸੇ ਆਪਾਂ ਦਿੰਨੇ ਆ ਹਾਂਜੀ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਕਿਸੇ ਨੂੰ ਪੈਸੇ ਦਿੰਦੇ ਉਹਨੇ ਕਿ ਭੈਣ ਜੀ ਜਦੋਂ ਤੁਸੀਂ ਪੈਸੇ ਦੇਣੋਂ ਹਟ ਗਏ ਤੂੰ ਕੌਣ ਤੇ ਮੈਂ ਕੌਣ ਦੇਖ ਲਓ। ਮੇਰੇ ਭਰਾ ਨੇ ਮੇਰੇ ਤੋਂ ਪੈਸੇ ਮੰਗੇ ਮੈਂ ਠੱਕ ਕੇ ਜਵਾਬ ਦਿੱਤਾ ਮੈਂ ਕਿਹਾ ਭਰਾਵਾ ਮੇਰੇ ਕੋਲੇ ਪੈਸੇ ਨਹੀਂ ਹੈ। ਠੀਕ ਗੱਲ ਹੈ ਬਿਲਕੁਲ ਠੀਕ ਹੈ ਜੀ। ਰਿਸ਼ਤਾ ਸੰਭਾਲਣਾ ਸਾਡੇ ਆਪਣੇ ਹੱਥ ਦੇ ਵਿੱਚ ਹੈ। ਕਈ ਵਾਰੀ ਬੜੇ ਵੱਡੇ ਲੈਣ ਦੇਣ ਕਰਕੇ ਵੀ ਰਿਸ਼ਤੇ ਨਹੀਂ ਖਰਾਬ ਹੁੰਦੇ ਕਿਉਂਕਿ ਉਹ ਨੀਤਾਂ ਜਿਹੜੀਆਂ ਨੇ ਉਹ ਬਿਲਕੁਲ ਸਾਫ਼ ਹੈਗੀਆਂ। ਪਤਾ ਹੈ ਕਿ ਜ਼ਰੂਰਤ ਹੈ ਉਹ ਪੈਸਾ ਮੋੜ ਦੇਗਾ ਪਰ ਪਤਾ ਨਹੀਂ ਇੱਕਦਮ ਇਨਸਾਨ ਦੀ ਬੁੱਧੀ ਨੂੰ ਕੀ ਹੁੰਦਾ ਹੈ ਕਿ ਉਹ ਲਾਲਚ ਕਰ ਜਾਂਦਾ। ਉਹ ਕਹਿੰਦਾ ਕਿ ਬਸ ਹੁਣ ਤਾਂ ਮੈਂ ਹੜਪ ਲਿੱਤਾ ਜੋ ਹੈਗਾ ਸੋ ਮੇਰਾ ਹੈਗਾ ਹੁਣ ਤੇ ਮੇਰੇ ਤੋਂ ਕੋਈ ਖੋ ਨਹੀਂ ਸਕਦਾ। ਸੋ ਇਹਨਾਂ ਨੀਤਾਂ ਦੇ ਨਾਲ ਮੇਰੇ ਖਿਆਲ ਤੋਂ ਇੱਕ ਥੋੜੀ ਦੇਰ ਦੇ ਲਈ ਤੁਸੀਂ ਅੱਗੇ ਵਧ ਸਕਦੇ ਹੋ। ਘਰ ਬਣਾ ਲਿੱਤਾ ਗੱਡੀਆਂ ਬਣਾ ਲਿੱਤੀਆਂ
पर कदी तुसी ये गल सोची है कि नीतां नूं ते मुरादां हुंदियां है कि नहीं? जो नीयत हैगी है उस नूं मुराद है, वो उपर वाला जिहड़ा सारी दुनियादारी चला रहा है, वो ना मेरे कहे ते चला रहा है ना वो तुहाडे कहे ते चला रहा है, पर हिसाब उसने सारियां दा रखिया होया है। सो दर्शकों सोचण वाली गल हैगी है, गल्लां सिर्फ प्रोग्राम दे राहीं असीं करके उन्हां नूं एक कंन तो सुन के खत्म करिए और लै जी पैसे दी गल हो रही है, चलो जी चलो अपने मतलब लई जिहड़ा किसी नूं ठग लवो, किसी नूं जरूरत किसी तो पूरी कर लवो। पर अच्छा एक गल होर बड़ी जिहड़ी यू टर्न आया सीगा कि जे घर वाले ने पैसे लिते ते वो पैसे जे घर वाला अपनी वाइफ नूं दसदा नहीं हैगा कि मैं फलाने बंदे तो पैसे लिते है, ते वो की वाइफ दी जिम्मेवारी है उस पैसे नूं वापस करना? लोकां दी नज़र दे विच ते मियाँ बीवी इकट्ठे हुंदे आ, पर जे वो घर वाली हैगी आ और उसने घर वाले तो चोरी सहेली तो पैसे लिते आ ते कोई समान खरीदिया या कोई होर शॉपिंग की या जरूरत पूरी की या अपने घरदियां नूं दिते, कुछ भी हो सकती है वजह, ते वो की हसबैंड देनदारी उसकी पूरी करेगा? ਇਹ सोचण वाली गल है। सो जदों असी पैसे का लैण देन किसी दे नाल भी करते हैं, एक तो पहले ये वेखो कि वो तुहाडे पैसे मोड़ सकता है ਜਾਂ तुसी एक दान कर रहे हो, तुसी जरूरत पूरी कर रहे हो भैन भरा समझ के कि वो दुखी है, उसनों इस वक्त जरूरत है। पर जे तुसी सोचते हो कि कल नूं जे ए मुकर गया तो की इसके घर वाले तो चोरी या घर वाली तो चोरी मैं इसनों पैसे अज इसके मूँह शक्ल देख के इसके गल्लां बातां विच आके मैं इसनों दे रहा हैगा वां, ते वो पैसे जे ए नहीं देगा तो मैं होर घर के बंदियां तो किवें लवांगा? पर कि वो जिहड़े घर के बंदे ने कि वो उन्ने क ही गुनाहगार ने, कि वो उन्ने क ही देनदार ने पैसे दे? हसबैंड ने लाखां डॉलरां दा जिहड़ा वो यारां दोस्तां तो मंग के कोई बिजनेस किया, कोई कारोबार ते पैसे लाए ते वो पैसे डुब गए, ते हुण विचारी घर वाली बाहर निकले ते ओनू मेहणे वजन जगह जगह थाई थाई, ते वो विचारी की किस तरह वो उन्हां नूं बर्दाश्त करेगी? उन्होंने तो पता ही नहीं है कि इसने कदों पैसे लिते हैं। सो एक गल अज दे इस दोबारा जो असी एपीसोड किया, मेरी मुताबिक असी एक बार फिर इस विषय ते गल कीती है। जरूरी है, समा इदां दा आ गया है, जिंदगी नूं अगे वधाउण दे लई सानूं लैण देण करने भी बहुत जरूरी है, पर सोच विचार करके जिसने पैसे लिते है जिम्मेवार वही है। जे देण दे टाइम पैसे लैण दे टाइम जे उसके परिवार का कोई मैंबर शामिल नहीं सीगा तो मैनू नहीं लगता कि वो परिवार का मैंबर भी उस दे विच जरूरी शामिल होएगा या उसकी भी उन्नी जिम्मेवारी बनती और असी उसनू तंग करिए। सो इस दे नाल ही सारियां गल्लां दा सोच विचार करके किसी दे नाल भी पैसे का लैन देन हिसाब नाल करो। कल तुहाडा फेवरेट दिन घरेलू नुकतियां दा, जिन्हें मर्जी कॉल्स करना। कल मिलांगे फिर एक बार फिर, तद तक दे लई सत श्री अकाल, रब राखा।